ਸੋਕਿਓ ਮੰਦਾ ਆਖੀਏ ਜਿਤ ਜੰਮੇ ਰਾਜਾਨ। ਇਹ ਗੁਰਬਾਣੀ ਦੀ ਤੁਕ ਗੁਰੂ ਨਾਨਕ ਪਾਤਸ਼ਾਹ ਦੇ ਸ਼ਬਦ ਬਹੁਤ ਜ਼ਿਆਦਾ ਅਹਿਮ ਅੱਜ ਦੀ ਤਾਰੀਖ ਵਿੱਚ ਹੋਰ ਹੋ ਜਾਂਦੇ ਨੇ, ਕਿਉਂਕਿ ਅੱਜ ਆਪਾਂ ਮਨਾਉਣ ਜਾ ਰਹੇ ਹਾਂ ਇੰਟਰਨੈਸ਼ਨਲ ਮਹਿਲਾ ਦਿਵਸ। ਔਰ ਅੱਜ ਆਪਾਂ ਗੱਲ ਕਰਾਂਗੇ ਮਹਿਲਾਵਾਂ ਦੀ, ਮਹਿਲਾਵਾਂ ਦੇ ਮੁੱਦਿਆਂ ਦੀ ਔਰ ਮਹਿਲਾ ਸਸ਼ਕਤੀਕਰਨ ਦੀ ਵੀ। और मेरे नाल एक बहुत ही पावरफुल पैनल जोड़ा है वो जुड़ चुके हैं। सब तो पहला मैं वो सारे दी इंट्रोडक्शन करा देनी हैगी आ। सब तो पहला मेरे नाल हैगे ने बुब्बू तीर जी जो कि PPSC मैंबर ने और नाल ही नाल ऑथर भी ने, कॉलमनिस्ट भी ने। नाल ही मेरे नाल जुड़े हुए ने डॉक्टर रितांबरा भल्ला जो कि गायनकोलॉजिस्ट ने और चंडीगढ़ के तमाम जिन्हें भी लीडिंग हॉस्पिटल्स ने उन्होंने दे विच काम भी कर चुके हैं। और जसमीत के शान भी मेरे नाल जुड़ चुके हैं जो कि चंडीगढ़ के सब तो पहले महिला कोरियोग्राफर भी ने। और चौथे मेहमान जोड़े मेरे नाल जुड़े ने उन्हें सरबजीत कौर जो कि एडवोकेट है। सो आप डिस्कशन जी है शुरू करते हैं जी। आप सारे आई थिंक वर्किंग वूमेन है और तुम ये दसो कि कितना औखा रहिंदा है जो आप प्रोफैशनल लाइफ नू देखना हुंदा है और पर्सनल लाइफ नू देखना हुंदा है। और तुहानू लगदा कि कोऑर्डिनेशन बहुत मुश्किल हो जाती है या थोड़े रिश्तेदार थोड़ी फैमिली थानू एक्यूज़ करती है कि तुसी एक अच्छी माँ नहीं हैगे या अच्छी बेटी नहीं हैगे क्योंकि अपना सारा टाइम तुसी प्रोफैशनल वर्ल्ड दे विच दे रहे हैगे हो? मेरा ख्याल है थोड़ी जी जिहड़ी गल है वो तुहाडी अपनी शख्सियत ते डिपेंडेंट है कि यू हैव टू स्टॉप बीइंग अपोलोजेटिक अबाउट बीइंग करियर ओरिएंटेड। सो किसी भी तरीके का काम है उहदे विच औरत का जिहड़ा योगदान है ਉਹਦੀ ਜਿਹੜੀ ਇੰਡਿਸਪੈਂਸਿਬਿਲਿਟੀ ਹੈ ਤੁਸੀਂ ਇਸੇ ਗੱਲ ਤੋਂ ਦੇਖ ਲਓ ਕਿ ਜਿੱਥੇ ਔਰਤ ਗੈਰ ਮੌਜੂਦ ਹੈ, ਚਾਹੇ ਉਹ ਘਰ ਹੈ, ਚਾਹੇ ਉਹਦਾ ਕੰਮ ਦਾ ਅਦਾਰਾ ਹੈ, ਚਾਹੇ ਉਹ ਇੱਕ ਪਰਿਵਾਰਿਕ ਸਮਾਗਮ ਹੈ, ਉਸ ਜਗ੍ਹਾ ਦੀ ਤਸਵੀਰ ਇੱਕ ਬਿਲਕੁਲ ਵੱਖਰੀ ਹੁੰਦੀ ਹੈ। ਸੋ ਜਿੱਥੇ ਤੁਸੀਂ ਘਰ ਨੂੰ ਆਪਣਾ ਬੈਸਟ ਦੇ ਰਹੇ ਹੋ ਉੱਥੇ ਕੰਮਕਾਰ ਨੂੰ ਵੀ ਉਨਾ ਹੀ ਬੈਸਟ ਦੇਣਾ ਬਣਦਾ ਹੈ ਕਿਉਂਕਿ ਉਸੇ ਤੁਹਾਡੀ ਯੋਗਤਾ ਨੇ ਤੁਹਾਨੂੰ ਉੱਥੋਂ ਤੱਕ ਪਹੁੰਚਾਇਆ ਔਰ ਉਹ ਯੋਗਤਾ ਦੇ ਨਾਲ ਜਿਹੜਾ ਕੰਪਰੋਮਾਈਜ਼ ਹੈ ਉਹ ਬਹੁਤਾ ਵਾਰਾ ਨਹੀਂ ਖਾਂਦਾ। ਇਸ ਕਰਕੇ ਕਿਤੇ ਨਾ ਕਿਤੇ ਤੁਹਾਨੂੰ ਆਪਣੀ ਪਰਸਨੈਲਿਟੀ ਦੇ ਵਿੱਚ ਇੱਕ ਬੈਲੈਂਸ ਆਪਣੇ ਆਪ ਇੱਕ ਬਿਠਾਉਣਾ ਪੈਂਦਾ ਹੈ ਤਾਂ ਕਿ ਜੋ ਵੀ ਤੁਸੀਂ ਕਰ ਰਹੇ ਹੋ ਉਹ ਤੁਸੀਂ ਯੂ ਆਰ ਨਾਟ ਆਨਸਰੇਬਲ ਟੂ ਦ ਸੋਸਾਇਟੀ ਐਜ਼ ਮਚ ਐਜ਼ ਯੂ ਆਰ ਆਨਸਰੇਬਲ ਟੂ ਯੋਰਸੈਲਫ। ਅਤੇ ਉੱਥੇ ਆ ਕੇ ਪਰਿਵਾਰ ਜਿਹੜਾ ਹੈਗਾ ਕਿ ਉਹ ਇੱਕ ਜਿਹੜੀ ਉਹਨਾਂ ਦੀ ਤੁਹਾਡੇ 'ਤੇ ਡਿਪੈਂਡੈਂਸ ਹੈ ਉਹਨੂੰ ਵੀ ਤੁਸੀਂ ਬੈਲੈਂਸ ਆਊਟ ਕਰ ਰਹੇ ਹੋ। ਤੁਸੀਂ ਆਪਣੇ ਆਪ ਦੇ ਨਾਲ ਵੀ ਇਨਸਾਫ ਕਰ ਰਹੇ ਹੋ, ਆਪਣੀ ਯੋਗਤਾ ਦੇ ਨਾਲ ਵੀ ਇਨਸਾਫ ਕਰ ਰਹੇ ਹੋ ਅਤੇ ਹੌਲੀ ਹੌਲੀ ਮੇਰਾ ਖਿਆਲ ਹੈ ਸਭ ਨੂੰ ਆਦਤ ਪੈ ਜਾਂਦੀ ਹੈ ਇਸ ਗੱਲ ਦੀ। ਪਰ ਜਿੱਥੇ ਤੁਸੀਂ ਕਿਤੇ ਆਪ ਇਸ ਗੱਲ ਤੋਂ ਪਿੱਛੇ ਹਟਦੇ ਹੋ, ਉਸ ਕਮਿਟਮੈਂਟ ਲੈਵਲ ਨੂੰ ਘਟਾਉਂਦੇ ਹੋ, ਉੱਥੇ ਤਾਂ ਫਿਰ ਉਹ ਸਾਰਾ ਬੈਲੈਂਸ ਜਿਹੜਾ ਹੈਗਾ ਉਹ ਇੱਕ ਵਾਰੀ ਤਾਂ ਵਿਗੜ ਜਾਂਦਾ। ਬਿਲਕੁਲ। ਡਾਕਟਰ ਰਿਤਾਂਬਰਾ ਤੁਸੀਂ ਕਾफ़ी ज़्यादा एक गायनेकोलॉजिस्ट हैगे हो और लीडिंग हॉस्पिटल्स से काम भी कर चुके हैगे हो और एक सवाल है भी आंदा हैगा कि बायोलॉजिकल क्लॉक जिहड़ी हैगी है एक महिला दी और जिहड़ी करियर क्लॉक हैगी है महिला दी वो बड़ी कॉन्ट्राडिक्टरी हैगी है। ਤੁਸੀਂ ਇਹ ਮੰਨਦੇ ਹੈਗੇ ਹੋ ਤੁਹਾਡੇ ਕੋਲ ਇਹੋ ਜਿਹੇ ਇਸ਼ੂਜ਼ ਆਉਂਦੇ ਨੇ ਜਦੋਂ ਹਸਪੀਟਲ 'ਚ ਪ੍ਰੈਗਨੈਂਸੀ ਲੀਵ ਲੈਣੀ ਹੁੰਦੀ ਹੈ ਔਰ ਮਹਿਲਾ ਬਿਲਕੁਲ ਆਪਣੇ ਕਰੀਅਰ ਦੇ ਬਿਲਕੁਲ ਟੌਪ ਲੈਵਲ ਤੇ ਹੁੰਦੀ ਹੈ? ਬਾਇਓਲੋਜੀਕਲ ਕਲੌਕ ਸ਼ੁਰੂ ਤੋਂ ਹੀ ਅਫੈਕਟ ਕਰਦੀ ਹੈ ਰਾਈਟ ਫਰੋਮ ਦ ਟਾਈਮ ਤੁਸੀਂ ਪੜ੍ਹਾਈ ਕਰ ਰਹੇ ਹੋ। ਸੋ ਜੇ ਪੀਰੀਅਡ ਸ਼ੁਰੂ ਹੁੰਦੇ ਪੇਨ ਹੁੰਦੀ ਹੈ ਬੱਚੇ ਅਕਸਰ ਛੁੱਟੀ ਲੈ ਸਕਦੇ। ਜੇ ਤੁਸੀਂ ਕਿਸੇ ਪ੍ਰੋਫੈਸ਼ਨਲ ਕਾਲਜ ਜਾਂ ਪ੍ਰੋਫੈਸ਼ਨਲ किसी चीज़ काम कर रहे हो then it becomes very difficult to go and ask for a leave right. So that is where it starts from the beginning. So ਜਦੋਂ maternity ਦੀ ਗੱਲ ਆਉਂਦੀ ਹੈ yes ਵੱਡੀਆਂ ਵੱਡੀਆਂ ਗੱਲਾਂ ਹੈ ਕਿ ਤੁਸੀਂ ਕਹੋ ਕਿ ਜੀ 6 ਮਹੀਨੇ exclusive breastfeed ਕਰਨੀ ਹੈ and if you are working in a corporate like mine or if you are working in a college where you have only 3 months ਛੁੱਟੀ ਫਿਰ ਤੁਸੀਂ ਕੀ ਕਰੋਗੇ? ਜਾਣਾ ਹੀ ਹੈ ਬੱਚੇ ਨੂੰ ਨਾਲ ਲੈ ਕੇ ਜਾਓਗੇ। crutches ਦਾ concept ਜਿਹੜਾ ਕਿ ਅੱਜ ਕੱਲ੍ਹ ਆ ਰਿਹਾ that is also very very good but ਬਾਇਓਲੋਜੀਕਲ ਕਲੌਕ ਸ਼ੁਰੂ ਤੋਂ ਲੈ ਕੇ ਐਂਡ ਤੱਕ ਪ੍ਰੋਫੈਸ਼ਨ 'ਚ ਹੈਲਪ ਤੰਗ ਕਰਦੀ ਹੈ। ਮੈਨੋਪੌਜ਼ ਦੇ ਨੇੜੇ ਤੇੜੇ ਜਦੋਂ ਤੁਸੀਂ ਜਾਓ ਅਗੇਨ ਯੂ ਹੈਵ ਅ ਇਸ਼ੂ ਯੂ ਬਿਕਮ ਵੈਰੀ ਵੈਰੀ what do you say mood swings ਹੋ ਜਾਂਦੇ ਇਨ ਕੇਸ ਤੁਹਾਡਾ ਬਿਲਕੁਲ ਹੀ ਮਨ ਨਹੀਂ ਕਰਦਾ ਤੁਹਾਡਾ ਡਿਪਰੈਸ਼ਨ ਵੱਲ ਜਾਂਦਾ ਐਂਡ ਯੂ ਹੈਵ ਟੂ ਬੀ ਐਟ ਯੋਰ ਐਜ਼ ਮੈਮ ਸੈਡ ਕਿ ਤੁਸੀਂ ਪਰਫੈਕਟ ਆਪਣਾ ਪ੍ਰੋਫੈਸ਼ਨ 'ਚ ਦੇਣਾ ਚਾਹੁੰਦੇ ਹੋ। ਸੋ ਟੂ ਬੈਲੈਂਸ ਬੋਥ ਦ ਥਿੰਗਸ ਇਟ ਬਿਕਮਸ ਅ ਵੈਰੀ ਟਫ ਜੌਬ ਕਿ ਤੁਸੀਂ ਆਪਣਾ ਘਰ ਦਾ ਵੀ ਕੰਮ ਕਰਨਾ ਹੈ। ਇੱਕ ਬੜੀ ਵਧੀਆ ਜੀ ਸਟੋਰੀ ਹੈ ਰਾਈਟ। ਐਜ਼ ਵਰਕਿੰਗ ਵੂਮੈਨ ਅਸੀਂ ਕੀ ਚਾਹੁੰਦੇ ਹਾਂ ਵੀ ਵਾਂਟ ਟੂ ਗਿਵ ਆਵਰ 100% ਟੂ ਦ ਫੈਮਿਲੀ and we start in the morning at 6 o'clock, all of us maybe earlier, and start cooking
सारा खाना बना के सारे ਦੇ ਡੱਬੇ ਪੈਕ ਕਰਕੇ ਆਪਣਾ ਜੇ ਥੋੜਾ ਜਿਹਾ ਬਚ ਜਾਏ ਜਿੰਨਾ ਵੀ ਬਚ ਗਿਆ ਆਪਣੇ ਲਈ ਪਾ ਕੇ ਫਿਰ ਆਪਾਂ ਵੀ ਸਟਾਰਟ ਰਨਿੰਗ ਉੱਥੇ ਜਾ ਕੇ ਯੂ ਗੈਟ ਟਾਈਮ ਯੂ ਮੇ ਨਾਟ ਗੈਟ ਟਾਈਮ ਟੂ eat but you run back home and try to cook for the evening and then what in the end you burn out when you burn out a lot after a long time you feel कि hun मैं कुछ नहीं कर सकती but we as women we must remember गीता च भी लिखा है everywhere it is self you cannot forget your own self so my only thing to all my patients who come to me for pregnancy or for any mood swings or any hormonal issues I tell them first think about yourself when you go up I mean if you go and are answerable to God is going to say भैया आपको एक ही शरीर दिया था what did you do with that शरीर you can't at that point of time and this is a way of putting it you can't at that point of time say कि नहीं मैं तो अपने पति की सेवा कर रही थी मैं सास की सेवा कर रही थी मैं बच्चे देख रही थी और अपने आप को रोल के बैठ गई राइट सो देर आर लेडीज़ हु कम एंड से मेरी गोडे दुखदे जी मैं सैर किद्दां करा सारी उम्र असी बहुत कम किया जी बहुत करदे सी हुण नहीं हुंदा हुण इस करके नहीं हुंदा बिकॉज जदों एक्सरसाइज करन दा टाइम सी you never looked after yourself true. you were running around trying to make sure that everyone around you is happy and what about you forgot about yourself ਬਿਲਕੁਲ ਮਹਿਲਾਵਾਂ ਆਪਣੇ ਆਪ ਨੂੰ ਭੁੱਲ ਜਾਂਦੀਆਂ ਹੈਗੇ ਨੇ ਕਿਉਂਕਿ ਉਹਨਾਂ ਦਾ ਸਾਰੀ એનર્ਜੀ ਜਿਹੜੀ ਹੈ ਉਹ ਦੂਸਰਿਆਂ ਨੂੰ ਜਿਹੜਾ ਹੈਗਾ ਕਰਨ ਚ ਲੱਗ ਜਾਂਦੀ ਹੈ ਜਸਮੀਤ ਮੈਂ ਤੁਹਾਡੇ ਤੋਂ ਜਾਨਣਾ ਚਾਹੁੰਦੀ ਹਾਂ ਸਿੰਸ ਯੂ ਆਰ ਤੁਸੀਂ ਕੋਰੀਓਗ੍ਰਾਫਰ ਹੈਗੇ ਹੋ ਚੰਡੀਗੜ੍ਹ ਦੇ ਪਹਿਲੇ ਮਹਿਲਾ ਕੋਰੀਓਗ੍ਰਾਫਰ ਸਭ ਤੋਂ ਪਹਿਲਾਂ ਜਦੋਂ ਤੁਸੀਂ ਸ਼ੁਰੂ ਕੀਤਾ ਸੋ ਕਿਸ ਤਰੀਕੇ ਦੇ ਨਾਲ ਦੇਖਦੇ ਨੇ ਲੋਕ ਕਿ ਇੱਕ ਮਹਿਲਾ ਹੈ ਉਹ ਕੋਰੀਓਗ੍ਰਾਫਰ ਬਣ ਸਕਦੀ ਹੈ ਜਾਂ ਐਂਟਰਪ੍ਰੀਨਿਓਰ ਬਣ ਸਕਦੀ ਹੈ ਕਰ ਸਕੇਗੀ ਨਹੀਂ ਕਰ ਸਕੇਗੀ ਚੈਲੰਜਸ ਫੇਸ ਕੀਤੇ ਤੁਸੀਂ ਕੁਝ ਐਬਸੋਲੂਟਲੀ ਸਭ ਤੋਂ ਪਹਿਲਾ ਚੈਲੰਜ ਤਾਂ ਆਪਣੇ ਲਈ ਹੁੰਦਾ ਹੈ ਕਿ ਮੈਂ ਆਪਣੇ ਆਪ ਨੂੰ ਕਿੱਥੇ ਤੱਕ ਲੈ ਕੇ ਜਾ ਸਕਦੀ ਹਾਂ ਇੱਕ ਅਨਕਨਵੈਨਸ਼ਨਲ ਪ੍ਰੋਫੈਸ਼ਨਲ ਫਾਰਮੈਟ ਵਿੱਚ ਤੇ ਉਹਦੇ ਵਿੱਚ ਯੋਰ ਪੈਸ਼ਨ ਕੈਨ ਬਿਕਮ ਯੋਰ ਪ੍ਰੋਫੈਸ਼ਨ ਬਟ ਇਟ ਇਜ਼ ਅ ਟ੍ਰਿਕੀ ਰੋਡ ਯੂ ਨੋ ਪੈਸ਼ਨ ਇੱਕ ਇਹੋ ਜਿਹੀ ਚੀਜ਼ ਹੁੰਦੀ ਜਿੱਥੇ ਤੁਸੀਂ ਜਾ ਕੇ ਖੁਸ਼ ਹੁੰਦੇ ਹੋ you know but ਜੇ ਤੁਸੀਂ ਉਹਨੂੰ profession ਬਣਾ ਲਓ then you don't know where to go next you know which area to go ਤੇ ਉਸ ਲਈ ਮੈਂ ਮੇਰਾ ਜਿਹੜਾ ਫੋਕਸ ਰਿਹਾ ਸੀਗਾ ਮੈਂ ਹਮੇਸ਼ਾ ਡਾਂਸ ਕਰਦੀ ਰਹੀ ਪਰ ਜਦੋਂ ਮੈਂ ਕਾਰਪੋਰੇਟ ਜੌਬ ਛੱਡੇ ਜਾਂ ਜਦੋਂ ਅਸੀਂ ਪੋਸਟ ਗ੍ਰੈਜੂਏਸ਼ਨ ਤੋਂ ਬਾਅਦ ਨਿਕਲਦੇ ਹਾਂ ਪੇਰੈਂਟਸ ਦਾ ਇੱਕ ਡ੍ਰੀਮ ਹੁੰਦਾ ਹੈ you know that ਇੱਕ 9 to 5 ਜੌਬ ਹੋਏ ਇੱਕ ਫਿਕਸਡ ਇਨਕਮ ਹੋਏ so that you can plan your life accordingly you know but ਮੈਂ ਸਾਰਾ ਕੁਝ ਕਰਕੇ ਦੇਖਿਆ ਕਿਤੇ ਵੀ ਸਵੇਰੇ ਉੱਠਣ ਦਾ ਜੀ ਨਹੀਂ ਕਰਦਾ ਸੀ ਤੇ ਉਹ ਨਾ ਜੀ ਨਾ ਕਰਨਾ ਕੰਮ ਤੇ ਤੁਸੀਂ ਬਹੁਤ ਚੰਗੇ ਹੋ ਤੁਹਾਨੂੰ ਪ੍ਰੇਜ਼ ਮਿਲ ਰਹੀ ਹੈ ਤੁਹਾਡੇ ਬੌਸਸ ਬੜੇ ਖੁਸ਼ ਨੇ ਪਰ ਤੁਸੀਂ ਖੁਸ਼ ਨਹੀਂ ਹੋ ਯੂ نو ਸੋ ਉੱਥੋਂ ਸੈਲਫ ਡਿਸਕਵਰੀ ਸ਼ੁਰੂ ਹੋਈ ਤੇ ਮੇਰੇ ਡਾਂਸਿੰਗ ਦਾ ਜਰਨੀ ਆਲਵੇਜ਼ ਔਨ ਸੀਗੀ ਆਲਵੇਜ਼ ਡਿਊਰਿੰਗ ਸਕੂਲ ਡਿਊਰਿੰਗ ਕਾਲਜ ਮੈਂ ਪਾਕਟ ਮਨੀ ਬੰਦੀ ਸੀਗੀ ਬੇਸਿਕਲੀ ਤੇ ਉਹ ਮੈਂ ਫਾਦਰ ਨੇ ਸਾਹਿਬ ਨੂੰ ਇੱਕ ਵਾਰੀ ਕਿਹਾ ਕਿ ਮੈਂ ਨਾ ਇਹ 2 ਘੰਟੇ ਬੜਾ ਇੰਜੋਏ ਕਰਦੀ ਹਾਂ ਦਿਨ ਆਪਣਾ ਜਿਹੜਾ ਮੇਰਾ 2 ਘੰਟੇ ਹੁੰਦੇ ਡਾਂਸ ਤੇ ਉਹ ਮੈਨੂੰ ਬਹੁਤ ਪਸੰਦ ਨੇ ਦੈਨ ਮਾਈ ਫੁੱਲ ਡੇ ਆਫ ਜੌਬ and he said kari jo but job te pakke raho you know apna but when I started now it's the 11th year I remember my dad starting which unhone ek gal kahi si beta nachne wala ek kaam is not it's not a decent job ਜਦੋਂ ਮੈਂ lawyer ਵੀ ਬਣਨਾ ਸੀ ਉਹਨਾਂ ਨੇ ਇੱਕ ਵਾਰੀ ਮੈਨੂੰ ਕਿਹਾ ਸੀ ਕਿ maybe you're not that kind that you'll fit into that hierarchy ਬੜੇ ਸੌਖੇ ਤਰੀਕੇ ਨਾਲ but after 6 years of me in the industry another mindset change karna is our responsibility and I take that ownership over myself ke maa baap ਕੁਝ ਆਪਣੇ ਐਕਸਪੀਰੀਐਂਸਸ ਨਾਲ ਆਉਂਦੇ ਨੇ ਸੋਸਾਇਟੀ ਕੁਝ ਆਪਣੇ ਐਕਸਪੀਰੀਐਂਸਸ ਨਾਲ ਆਉਂਦੀ ਹੈ ਬ੍ਰਦਰ ਸਿਸਟਰਸ ਦਾ ਆਪਣੀ ਸਟੋਰੀ ਹੈਗੀ ਹੈ ਤੁਸੀਂ ਆਪਣੀ ਸਟੋਰੀ ਜੇ ਨਹੀਂ ਪਛਾਣ ਸਕਦੇ ਉਹਦੇ ਵਿੱਚ ਉਹਨਾਂ ਦਾ ਕੋਈ ਰੋਲ ਨਹੀਂ ਹੈਗਾ ਯੂ نو ਉਹ ਤਾਂ ਕਹਿਣਗੇ ਕਿ ਉਹ ਚੀਜ਼ਾਂ ਕਰੋ ਜਿਹੜੀ conventionally proven hai but to prove myself I remember 5 years down the lane we were at a party and mere father sahab de samne kisi ne pucha tusi ki karde ho beta and he was explaining what I do you know and that was my success so yes challenges honde ne workspace se challenge honde ne when you're heading a huge team and mainly men you know te ਉਹਨਾਂ ਨਾਲ ਉਹ rapport ਬਣਾ ਕੇ ਰੱਖਣੀ that they give you the kind of respect that you need yet they are working for you and ਜਸਮੀਤ ਇਹ ਵੀ ਹੁੰਦਾ ਕਿ you know ਇੱਕ ਲੇਡੀ ਬੌਸ ਹੈ ਉਹ ਸਾਨੂੰ ਜਿਹੜਾ ਹੈਗਾ ਡਿਕਟੇਟ ਕਰ ਰਹੀ ਹੈਗੀ ਹੈ ਸੋ ਇੱਕ ਕੋਈ ਡਾਇਕੋਟਮੀ ਵੀ ਆਂਦੀ ਹੈਗੀ ਹੈ ਕਿ ਮੈਂ ਇੱਕ ਲੇਡੀ ਬੌਸ ਨੂੰ ਕਿਉਂ ਸੁਣਾ definitely it depends again you can't monitor ਕਿਹੜਾ EMPLOYE ਕਿੱਥੋਂ ਆ ਰਿਹਾ ਹੈ ਕਿਹੜੇ ਬੈਕਗ੍ਰਾਉਂਡ ਤੋਂ ਆ ਰਿਹਾ ਯੂ نو ਤੇ ਉਹਨਾਂ ਨੂੰ ਘਰ 'ਚ ਕਿਸੇ ਔਰਤ ਦੀ ਸੁਣਨ ਦੀ ਆਦਤ ਨਹੀਂ ਹੈ ਜੇ
ਤੇ ਸਡਨਲੀ ਇੱਕ ਲੇਡੀ ਦਿਖਦੀ ਹੈ ਜਿਹਨੂੰ ਸਾਰੇ ਸੁਣ ਰਹੇ ਨੇ ਤੇ ਉਹ ਰੀਐਡਜਸਟ ਹੁੰਦੇ ਨੇ ਤੁਹਾਡੇ ਸਿਸਟਮ 'ਚ ਯੂ نو ਐਂਡ ਉਹਨਾਂ ਨੂੰ ਟਾਈਮ ਲੱਗਦਾ ਐਂਡ ਯੂ ਹੈਵ ਟੂ ਬੀ ਵੈਰੀ ਕੇਅਰਫੁਲ ਐਟ ਯੋਰ ਵਰਕ ਸਪੇਸ ਦੈਟ ਕਿਹੜੀ ਵਰਡ ਦਾ ਕਿਹੜਾ ਇੰਟਰਪ੍ਰੀਟੇਸ਼ਨ ਕਿੱਦਾਂ ਨਿਕਲੇਗਾ you know so that all these struggles I think it is also for men in a female office if there are less men they will also have that same problem but I think we should just be more excited about living together you know True. and it just gets you so many solutions ਟਰੂ Yeah. ਸੋ ਸਰਬਜੀਤ ਜੀ ਤੁਹਾਡੇ ਨਾਲ ਮੈਂ ਪਹਿਲੇ ਸਵਾਲ ਤੁਹਾਨੂੰ ਪੁੱਛਾਂ ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਜਦੋਂ ਲੀਗਲ ਕੋਰੀਡੋਰਸ ਦੇ ਵਿੱਚ ਆਪਾਂ ਜਾਂਦੇ ਹੈਗੇ ਆ ਸੋ ਕਿੰਨਾ ਕੁ ਔਖਾ ਰਹਿੰਦਾ ਇੱਕ ਮਹਿਲਾ ਦੇ ਲਈ ਕਿ ਉਹ ਸਭ ਤੋਂ ਪਹਿਲਾਂ ਇਹ ਪ੍ਰੋਫੈਸ਼ਨ ਚੂਜ਼ ਕਰੇ ਔਰ ਅਗਰ ਆਪਾਂ ਪੂਰੇ ਪੰਜਾਬ ਔਰ ਹਰਿਆਣਾ ਹਾਈ ਕੋਰਟ ਦੀ ਵੀ ਗੱਲ ਕਰੀਏ ਜੋ ਕਿ ਪੂਰੇ ਪੰਜਾਬ ਹਰਿਆਣਾ ਔਰ ਚੰਡੀਗੜ੍ਹ ਦੇ ਕੇਸਿਸ ਨੂੰ ਡੀਲ ਕਰਦਾ ਹੈ ਤਾਂ ਉਹਦੇ 'ਚ ਸਿਰਫ 3 ਸੀਨੀਅਰ ਐਡਵੋਕੇਟਸ ਮਹਿਲਾਵਾਂ ਹੈਗੀਆਂ ਨੇ ਜਿਨ੍ਹਾਂ ਨੂੰ ਡੈਜ਼ਿਗਨੇਟ ਕੀਤਾ ਹੋਇਆ ਕਿ ਉਹ ਸੀਨੀਅਰ ਐਡਵੋਕੇਟਸ ਹੈਗੇ ਨੇ ਬਾਕੀ ਮਹਿਲਾਵਾਂ ਜਿਹੜੀਆਂ ਹੈਗੇ ਨੇ ਤੁਹਾਨੂੰ ਲੱਗਦਾ ਹੈ ਕਿ ਇੱਕ ਡਿਸਕ੍ਰਿਮੀਨੇਸ਼ਨ ਜ਼ਰੂਰ ਹੈਗੀ ਹੈ ਕਿਉਂਕਿ ਬਹੁਤ ਸਾਰੀਆਂ ਮਹਿਲਾਵਾਂ ਹੈਗੀਆਂ ਨੇ ਜਿਹੜੀਆਂ ਕਿ ਇਸ ਪ੍ਰੋਫੈਸ਼ਨ ਦੇ ਵਿੱਚ ਨੇ ਲੇਕਿਨ ਸਿਰਫ 3 ਡੈਜ਼ਿਗਨੇਟਿਡ ਸੀਨੀਅਰ ਐਡਵੋਕੇਟਸ ਨੇ ਹੁਣੇ ਤੱਕ ਦੇਖੋ ਪ੍ਰੋਫੈਸ਼ਨ ਦੇ ਵਿੱਚ ਕੰਪੀਟੀਸ਼ਨ ਸਟਰੈਂਥ ਬਹੁਤ ਜ਼ਿਆਦਾ ਹੋ ਚੁੱਕੀ ਹੈ ਫੀਮੇਲਸ ਬਹੁਤ ਜ਼ਿਆਦਾ ਲਾਅ ਗ੍ਰੈਜੂਏਟ ਹੋ ਗਈਆਂ ਨੇ ਪ੍ਰੋਫੈਸ਼ਨ ਜੁਆਇਨ ਕਰ ਗਈਆਂ ਨੇ ਪਰ ਪ੍ਰੋਬਲਮ ਇੱਥੇ ਇਹ ਹੈ ਕਿ ਸਾਡੇ ਕਈ ਤਾਂ ਫੈਮਿਲੀ ਪ੍ਰੋਫੈਸ਼ਨਸ ਤੋਂ ਹੈ ਕਈ ਇੰਡੀਵਿਜੂਅਲੀ ਫਸਟ ਟਾਈਮ ਆਪਣੇ ਪ੍ਰੋਫੈਸ਼ਨ ਨੂੰ ਟੇਕ ਅਪ ਕਰਦੀਆਂ ਹੈਗੀਆਂ ਇਸ ਪ੍ਰੋਫੈਸ਼ਨ ਦੀ ਇਹੀ ਇੱਕ ਮੇਨ ਪ੍ਰੋਬਲਮ ਹੈਗੀ ਜਿਹੜੇ ਨੂੰ ਕੋਈ ਗਾਈਡੈਂਸ ਹੀ ਨਹੀਂ ਹੈ ਗਾਈਡਿੰਗ ਫੋਰਸ ਹੀ ਨਹੀਂ ਹੈਗੀ ਉਹਨਾਂ ਲਈ ਬਹੁਤ ਔਖਾ ਹੈ ਇੱਥੇ ਐਗਜ਼ਿਸਟ ਕਰਨਾ ਜਿਹੜਾ ਬਹੁਤ ਕੌਨਫੀਡੈਂਟ ਹੈ ਜਿਹੜੇ ਬੱਚੇ ਨੂੰ ਪੂਰੀ ਸਪੋਰਟ ਦਿੱਤੀ ਜਾਂਦੀ ਹੈ ਫੈਮਿਲੀ ਵੱਲੋਂ ਜਾਂ ਪ੍ਰੋਫੈਸ਼ਨ 'ਚ ਕਿਸੇ ਸੀਨੀਅਰ ਦੇ ਨਾਲ ਆ ਕੇ ਉਹਨੂੰ ਬੂਸਟ ਮਿਲਦਾ ਹੈ ਉਹਨੂੰ ਸਮਝ ਆ ਜਾਂਦੀ ਹੈ ਮੈਂ ਕਿੱਧਰ ਨੂੰ ਜਾਣਾ ਉਹ ਤਾਂ ਅੱਗੇ ਵੱਧ ਜਾਂਦਾ ਹੈ ਜਿਹੜੀ ਬੰਦੇ ਨੂੰ ਕੋਈ ਸਪੋਰਟ ਨਹੀਂ ਹੈ ਉਸਦੇ ਲਈ ਬਹੁਤ ਔਖਾ ਇੱਥੇ ਐਗਜ਼ਿਸਟ ਕਰਨਾ ਕਿਉਂਕਿ ਕੰਮ ਤਾਂ ਬਾਹਰੋਂ ਆਣਾ ਕੰਮ ਕਿੱਥੋਂ ਲੈ ਕੇ ਆਣਾ ਇਹ ਦੁਕਾਨਦਾਰੀ ਤਾਂ ਹੈ ਨਹੀਂ ਜਿੱਥੇ ਆਵਾਜ਼ਾਂ ਮਾਰ ਕੇ ਕੰਮ ਲੈਣਾ ਹੈ ਪ੍ਰੋਫੈਸ਼ਨਲੀ ਜੂਨੀਅਰਸ਼ਿਪ ਕਰਦੇ ਆ ਮੈਜੋਰਿਟੀ ਗਰਲਸ ਜੂਨੀਅਰ ਦੇ ਵਿੱਚ ਰਹਿ ਜਾਂਦੀਆਂ ਜਿਹੜੀਆਂ ਕੁੜੀਆਂ ਅੱਗੇ ਆਈਆਂ ਹੈਗੀਆਂ ਸਾਡੇ ਸੀਨੀਅਰ ਜਿਹੜੀ ਮੈਡਮ ਤੁਸੀਂ ਕਹਿੰਦੇ ਹੋ ਲਿਸਟ ਜਿਹੜੀ ਹੈਗੀ ਹੈ ਸਾਡੇ ਡੈਜ਼ਿਗਨੇਸ਼ਨ ਦੀ ਉਹ ਸਾਡੀ ਇਸ ਤੇ ਨਹੀਂ ਮੈਟਰ ਕਰਦੀ ਕਿ ਸਾਡੇ ਅਸੀਂ ਕੀ ਕੰਮ ਕਰ ਰਹੇ ਹਾਂ ਇਹ ਇੱਕ ਸਾਡਾ ਸੀਨੀਅਰਿਟੀ ਜਿਹੜੀ ਹੈਗੀ ਹੈ ਤੁਸੀਂ ਤੁਹਾਡੀ ਅਪੀਅਰੈਂਸਿਸ ਬਿਫੋਰ ਦਾ ਕੋਰਟ ਤੁਹਾਡੇ ਟੈਕਸਸ ਕਿੰਨੇ ਪੇ ਕਰ ਰਹੇ ਹੋ ਕਿੰਨੀ ਅਰਨਿੰਗ ਹੈ ਐਨੂਅਲ ਇਹ ਚੀਜ਼ਾਂ ਮੋਰ ਮੈਟਰ ਕਰਦੀਆਂ ਤੁਹਾਡੀ ਕਿੰਨੀ ਪੁਸ਼ ਹੈ ਕਿ ਤੁਸੀਂ ਉੱਥੇ ਤੱਕ ਪਹੁੰਚ ਸਕਦੇ ਹੋ ਜਾਂ ਤੁਹਾਡੀ ਕਿੰਨੀ ਕੁ ਪਛਾਣ ਹੈ ਹੁਣ ਇੱਥੇ ਇੰਨੇ ਮੈਂ 65 ਬੈਚਸ 1965 ਤੋਂ ਵੀ ਬੈਚ ਹੈ ਸਾਡੇ ਇੱਥੇ ਇੰਨੇ ਬਜ਼ੁਰਗ ਮਤਲਬ ਐਡਵੋਕੇਟਸ ਲੇਡੀ ਐਡਵੋਕੇਟਸ ਸਭ ਤੋਂ ਜ਼ਿਆਦਾ ਚੰਡੀਗੜ੍ਹ ਦੇ ਵਿੱਚ ਹੀ ਪ੍ਰੈਕਟਿਸ ਕਰਦੀਆਂ ਸ਼ੁਰੂ ਤੋਂ ਪਹਿਲਾਂ ਹਾਈ ਕੋਰਟ 'ਚ ਸੀ ਹੁਣ ਡਿਸਟ੍ਰਿਕਟ ਲੈਵਲ ਤੇ ਵੀ ਹੈਗੀਆਂ ਹੁਣ ਤੁਸੀਂ ਦੇਖੋ ਤਾਂ ਸਟਰੈਂਥ ਜਿਹੜੀਆਂ ਮੇਰੇ ਖਿਆਲ ਚੰਡੀਗੜ੍ਹ ਦੇ ਵਿੱਚ ਹੀ 2000-3000 ਕੁੜੀਆਂ ਜਿਹੜੀਆਂ ਹੋਣਗੀਆਂ ਜਿਹੜੀਆਂ ਐਡਵੋਕੇਟ ਹੋਣਗੀਆਂ ਸਾਰੀਆਂ ਨੂੰ ਤਾਂ ਡੈਜ਼ਿਗਨੇਟ ਨਹੀਂ ਕੀਤਾ ਜਾ ਸਕਦਾ ਔਰ ਨਾ ਸਭ ਨੂੰ ਸਪੋਰਟ ਹੈਗੀ ਨਾ ਇੰਨੀ ਨੌਲੇਜ ਹੈਗੀ ਆ ਜਿਹੜਾ ਅੱਗੇ ਵੱਧ ਰਿਹਾ ਹੈ ਉਹੀ ਵੱਧ ਪਾਉਂਦਾ ਹੈਗਾ ਜਾਂ ਕਿਸੇ ਨੂੰ ਪੁਸ਼ ਐਂਡ ਪੁੱਲ ਹੈਗੀ ਆ ਗॉडफादर ਤੋਂ ਬਿਨਾ ਜਾਂ ਤੁਹਾਡੀ ਗਾਈਡੈਂਸ ਫੈਕਟਰ ਤੋਂ ਬਿਨਾ ਤੁਸੀਂ ਕੁਝ ਨਹੀਂ ਪਹੁੰਚ ਸਕਦੇ ਡੈਜ਼ਿਗਨੇਸ਼ਨ ਨਹੀਂ ਲੈ ਸਕਦੇ ਇਨੀਸ਼ੀਅਲੀ ਕੌਨਫੀਡੈਂਸ ਦੀ ਵੀ ਕਮੀ ਰਹਿੰਦੀ ਹੈਗੀ ਹੈ ਕਿਉਂਕਿ ਇੰਨਾ ਜ਼ਿਆਦਾ ਪੈਟਰੀਆਰਕਲ ਸੋਸਾਇਟੀ ਹੈ ਇਹ ਇੰਨਾ ਮੈਨ ਡੋਮੀਨੇਟਡ ਵਰਲਡ ਹੈਗਾ ਲੀਗਲ ਫਰਟਰਨਿਟੀ ਦੀ ਅਗਰ ਗੱਲ ਕਰੀਏ ਤਾਂ ਇੱਕ ਔਖਾ ਹੁੰਦਾ ਇੱਕ ਲੜਕੀ ਦੇ ਲਈ ਸਭ ਤੋਂ ਪਹਿਲਾਂ ਉੱਥੇ ਪਹੁੰਚਣਾ ਆਪਣੇ ਆਪ ਨੂੰ ਪ੍ਰੂਵ ਕਰਨਾ ਦੇਖੋ ਇਹ ਪ੍ਰੋਫੈਸ਼ਨ ਮੈਨ ਡੋਮੀਨੇਟਿੰਗ ਰਿਹਾ ਸ਼ੁਰੂ ਤੋਂ ਤੇ ਉੱਥੇ ਜਦੋਂ ਫੀਮੇਲ ਆਂਦੀਆਂ ਹੈਗੀਆਂ ਉਹ ਦੈਟ ਮੇਕਸ ਅ ਡਿਫਰੈਂਸ ਹੁਣ ਜਿੱਦਾਂ ਯੂਨੀਵਰਸਿਟੀਜ਼ ਵੱਧ ਗਈਆਂ ਸੀਟਾਂ ਵੱਧ ਗਈਆਂ ਇੰਟਰਸਟ ਆ ਗਏ ਪੇਰੈਂਟਸ ਨੂੰ ਵੀ ਹੋ ਗਿਆ ਪ੍ਰੋਫੈਸ਼ਨਲ ਡਿਗਰੀਜ਼ ਕਰਾਉਣੀਆਂ ਕੁੜੀਆਂ ਨੂੰ ਕੈਰੀਅਰ ਓਰੀਐਂਟਡ ਬਣਾਉਣਾ ਤੇ ਬੱਚੇ ਆ ਰਹੇ ਆ ਪਰ ਉੱਥੇ ਤੁਹਾਡੀ ਗੱਲ ਬਿਲਕੁਲ ਸਹੀ ਹੈ ਤੁਰਨਾ ਚੱਲਣਾ ਬੋਲਣਾ ਇਹ ਚੀਜ਼ਾਂ ਤਾਂ ਮੈਟਰ ਕਰਦੀਆਂ ਹੀ ਹੈ ਇਹ ਕਿਸ ਤਰ੍ਹਾਂ ਦੇ ਤੁਸੀਂ ਤੁਹਾਡੀ ਗਰੂਮਿੰਗ ਕਿੱਦਾਂ ਦੀ ਹੈ ਤੁਹਾਨੂੰ ਕਿੱਦਾਂ ਘਰੋਂ ਦੀ ਸਪੋਰਟ ਮਿਲੀ ਹੈਗੀ ਹੈ ਤੁਹਾਡੀ ਫੈਮਿਲੀ ਪੁਸ਼ ਕਿੰਨੀ ਹੈ ਤੁਸੀਂ ਕਿੰਨੇ ਆਊਟਸਪੋਕਨ ਹੈਗੇ ਹੋ ਤੁਸੀਂ ਕਿੰਨੇ ਸੋਸ਼ਲ ਹੈਗੇ ਹੋ ਇਹ ਜਿਹੜੇ ਪ੍ਰੋਫੈਸ਼ਨ ਹੈ ਜਦ ਤੱਕ ਤੁਸੀਂ ਸੋਸ਼ਲੀ ਤੁਹਾਨੂੰ ਨਹੀਂ ਆਂਦਾ ਬੋਲਣਾ ਚੱਲਣਾ ਉਹ ਪ੍ਰੋਫੈਸ਼ਨ ਲਈ ਔਖਾ ਹੈ ਉਹਨੂੰ ਹੱਥ ਪੈਰ ਤਾਂ ਕੰਬਦੇ ਹੀ ਆ ਜੱਜ ਮੋਰੇ ਖੜ ਕੇ ਈਵਨ ਕੋਰੀਡੋਰ 'ਚ ਤੁਰਨਾ ਬਹੁਤ ਔਖਾ ਹੈ ਕਿਉਂਕਿ ਸੋਸਾਇਟੀ ਦੇ ਵਿੱਚੋਂ ਉੱਥੇ ਇਦਾਂ ਤਾਂ ਹੈ ਨਹੀਂ ਕਿ ਉੱਥੇ ਮੈਜੋਰਿਟੀ ਆਫ ਲੇਡੀਜ਼ ਆਰ ਪ੍ਰੈਜ਼ੈਂਟ ਸਮਟਾਈਮਸ ਯੂ ਆਰ ਅਲੋਨ ਇਨ ਦਾ ਕੋਰਟ ਸਮਟਾਈਮਸ ਯੂ ਆਰ ਵਾਕਿੰਗ ਅਲੋਨ ਇਨ ਦਾ ਕੋਰੀਡੋਰ ਨੰਬਰ ਆਫ ਮੈਨਸ ਆਰ ਸਿਟਿੰਗ ਦੇਖੋ ਉੱਥੇ ਕ੍ਰਿਮੀਨਲਸ ਵੀ ਬੈਠੇ ਨੇ ਅਕਿਊਜ਼ਡ ਹੈਗੇ ਸੋਸਾਇਟੀ ਦਾ ਹਰ ਤਰ੍ਹਾਂ ਦਾ ਬੰਦਾ ਹੈ ਕਿਸ ਤਰੀਕੇ ਨਾਲ ਦੇਖ ਰਿਹਾ ਹੈ ਕਿਸ ਨਜ਼ਰੀਏ ਨਾਲ ਦੇਖ ਰਿਹਾ ਹੈ ਉਹ ਮੈਟਰ ਕਰਦਾ ਹੈ ਇਹ ਹੁਣ ਕੌਨਫੀਡੈਂਸ ਕਿੱਦਾਂ ਦਾ ਡਿਵੈਲਪ ਹੋਇਆ ਕਈ ਬੱਚੇ ਸਪੋਰਟਸ ਤੋਂ ਆਉਂਦੇ ਆ ਕੋਈ ਬੱਚੇ ਚੰਗੇ ਟ੍ਰੇਨਡ ਹੈਗੇ ਆ ਚੰਗੇ ਡਿਫਰੈਂਟ ਫੀਲਡਸ ਤੋਂ ਆਉਂਦੇ ਆ ਉਹ ਬੱਚੇ ਨੈਸ਼ਨਲ ਲੈਵਲ ਪਾਰਟਿਸਿਪੇਟਸ ਹੈ ਸਟੇਟ ਲੈਵਲ ਪਾਰਟਿਸਿਪੇਸ਼ਨਸ ਕੀਤੀਆਂ ਉਹਨਾਂ ਦਾ ਕੌਨਫੀਡੈਂਸ ਖੁੱਲ ਜਾਂਦਾ ਜਿਹੜੇ ਬੱਚੇ ਹੁਣ ਬਿਲਕੁਲ ਘਰਾਂ 'ਚ ਬੈਠ ਕੇ ਪੜ੍ਹ ਕੇ ਆਏ ਆ ਜੋ ਪ੍ਰੈਜ਼ੈਂਟ ਸਿਨੈਰੀਓ ਹੈ ਕੀ ਪੜ੍ਹਾਈ ਦਾ ਸਿਨੈਰੀਓ ਹੈ ਅਸੀਂ ਆਨਲਾਈਨ ਬੈਠੇ ਪੜ੍ਹ ਰਹੇ ਹਾਂ
ਜਾਂ ਅਸੀਂ ਕਲਾਸ ਲਾਉਂਦੇ ਆ 5 ਵਜੇ ਤੱਕ ਕਲਾਸ ਲੱਗੀ ਇਵਨ ਪ੍ਰੋਫੈਸ਼ਨਲ ਕਾਲਜਸ ਦਾ ਇਹ ਹਾਲ ਹੋ ਗਿਆ ਕਿ 5 ਵਜੇ ਤੱਕ ਕਲਾਸਾਂ ਲੱਗ ਰਹੀਆਂ ਜਸਟ ਲਾਈਕ ਅ ਸਕੂਲਸ ਉਹਨਾਂ ਦੇ ਵਿੱਚ ਕੋਈ ਚੇਂਜ ਹੀ ਨਹੀਂ ਆ ਰਹੀ ਹੈਗੀ। ਜਿਹੜੀ ਡਾਇਰੈਕਟ ਡਿਗਰੀ ਕਰਤੀ ਇਹਨਾਂ ਨੇ 12ਵੀਂ ਤੋਂ ਬਾਅਦ 5 ਸਾਲਾਂ ਦੀ ਡਿਗਰੀ ਕਰਤੀ, ਮੈਨੂੰ ਲੱਗਦਾ ਉੱਥੇ ਮੈਚਿਓਰਿਟੀ ਲੈਵਲ ਨਹੀਂ ਗਰੋ ਹੁੰਦਾ। ਜੋ ਪਹਿਲਾਂ ਸੀਗਾ ਕਾਲਜ ਜਾਂਦੇ ਸੀ ਡਿਫਰੈਂਟ ਐਟਮੋਸਫੇਅਰ ਮਿਲਦਾ ਸੀ, ਫਿਰ ਯੂਨੀਵਰਸਿਟੀ ਜਾਂਦੇ ਸੀ ਫਿਰ ਡਿਫਰੈਂਟ ਐਟਮੋਸਫੇਅਰ ਹੁੰਦਾ ਸੀਗਾ, ਉੱਥੇ ਇੰਟਰੈਕਸ਼ਨ ਜ਼ਿਆਦਾ ਹੁੰਦੀ ਸੀ। ਹੁਣ ਬੱਚੇ ਜਿਹੜੇ ਆ ਕਨਫਾਈਨਡ ਟੂ, ਮੇਰੇ ਜਿਹੜੇ ਨਾਲ ਦੇ ਚੱਲੇ ਆ ਰਹੇ ਆ ਸਕੂਲ ਟਾਈਮ ਤੋਂ, ਮੈਂ ਉਹਨਾਂ ਦੇ ਨਾਲ ਹੀ ਸਬਜੈਕਟ ਪੜ੍ਹਨਾ, ਮੈਂ ਉਹਨਾਂ ਦੇ ਨਾਲ ਹੀ ਚੱਲਣਾ। ਉਹ ਫਿਰ ਉਹ ਜਿਹੜੀ ਸਿਕਿਉਰਿਟੀਜ਼ ਦੇਖਦੇ ਆ, ਜਿਹੜੇ ਬੱਚੇ ਆਪਣਾ ਸਰਕਲ ਦੇਖਦੇ ਆ, ਉਹ ਬੱਚੇ ਨਹੀਂ ਇੰਨਾ ਕੌਨਫੀਡੈਂਸ ਗੇਨ ਕਰ ਪਾਉਂਦੇ। ਈਵਨ ਪ੍ਰੋਫੈਸ਼ਨ 'ਚ ਮੈਂ ਦੇਖਿਆ ਕੱਲੀ ਕੁੜੀਆਂ ਨਹੀਂ ਤੁਰਦੀਆਂ, ਕਈ ਨਾਲ ਆਪਣੀ ਇੱਕ ਸਹੇਲੀ ਜ਼ਰੂਰ ਹੋਏਗੀ ਜੁਆਇਨ ਕਰਨਗੀਆਂ, ਤਾਂ ਜੂਨੀਅਰ ਨੂੰ ਜੁਆਇਨ ਕਰਨਾ, 2 ਜਣਿਆਂ ਨੂੰ ਜੁਆਇਨ ਕਰਨਾ, ਅਸੀਂ ਕੱਲਿਆਂ ਨੇ ਨਹੀਂ ਕਰਨਾ। ਫਿਰ ਤੁਸੀਂ ਜਾਣਾ ਹੈ ਤੇ ਜੀ ਇਕੱਲੇ ਜੇ ਜਾਣਾ ਪੈ ਜਾਏ, ਮੁੰਸ਼ੀ ਦੇ ਨਾਲ ਵੀ ਜਾਣਾ ਪੈ ਜਾਏ, ਤਾਂ ਦੇ ਡੋਂਟ ਫੀਲ ਕੰਫਰਟੇਬਲ। ਉਹ ਚਾਹੁੰਦੇ ਸਾਡਾ ਸੀਨੀਅਰ ਤੁਰਿਆ ਜਾਵੇ, ਪਿੱਛੇ ਪਿੱਛੇ ਅਸੀਂ ਤੁਰੀ ਜਾਈਏ ਫਾਈਲ ਲੈ ਕੇ। ਬਿਲਕੁਲ ਬਿਲकुल। ਮੈਂ ਇਹ ਚੀਜ਼ਾਂ ਅਗਲਾ ਸਵਾਲ ਮੈਂ ਇਹ ਪੁੱਛਣਾ ਚਾਹ ਰਹੀ ਹਾਂ ਕਿ ਆਪਾਂ ਸਾਰੇ ਜਿਹੜੇ ਹੈਗੇ ਆ ਕਿਸੇ ਨਾ ਕਿਸੇ ਡੈਜ਼ਿਗਨੇਸ਼ਨ ਤੇ ਆ, ਪੋਸਟ ਤੇ ਆ, ਜਿਹੜੀ ਕਿ ਇੱਕ ਬੜੀ ਪਾਵਰਫੁਲ ਪੋਸਟ ਹੈਗੀ ਹੈ। ਸੋ ਮੈਂ ਬੁੱਬੂਤੇਰ ਜੀ ਮੈਂ ਤੁਹਾਡੇ ਤੋਂ ਪੁੱਛਣਾ ਚਾਹੁੰਦੀ ਹਾਂ ਕਿ ਕਦੀ ਪ੍ਰੋਫੈਸ਼ਨਲ ਲਾਈਫ 'ਚ ਡਿਸਕ੍ਰਿਮੀਨੇਸ਼ਨ ਤੁਹਾਨੂੰ ਵੀ ਫੇਸ ਹੋਇਆ ਹੈਗਾ? ਬੀਇੰਗ ਅ ਫੀਮੇਲ ਇੱਕ ਜੈਂਡਰ ਡਿਸਕ੍ਰਿਮੀਨੇਸ਼ਨ ਤੁਸੀਂ ਕਦੀ ਫੀਲ ਕੀਤਾ ਹੈਗਾ? ਦੇਖੋ ਨੇਹਾ, ਆਈ ਥਿੰਕ ਕਿ ਜਦੋਂ ਇੱਕ ਲੜਕੀ ਦਾ ਜਨਮ ਹੁੰਦਾ ਹੈ ਨਾ, ਉਹ ਪਰਿਵਾਰਿਕ ਸੂਤਰਾਂ ਦੇ ਵਿੱਚ ਹੀ ਫਰਦਾਂ ਦੇ ਵਿੱਚ ਹੀ ਉਹਨੂੰ ਇੱਕ ਚੀਜ਼ ਬੜੀ ਨੈਚੁਰਲੀ ਉਹ ਸਿੱਖ ਲੈਂਦੀ ਹੈ, ਉਹ ਹੈ ਇੱਜ਼ਤ ਕਮਾਉਣੀ, ਤਵੱਜੋ ਕਮਾਉਣੀ। For a male child, it comes very naturally in most family setups. खैर मेरा थोड़ा वखरा सी, मैं एक औलाद सी अपने माँ बाप की, पर बहुत सारे घरां दे विच एक जॉइंट सैटअप्स दे विच मैं एक गल देखती हुंदी सी कि पढ़ाई वास्ते, नौकरी वास्ते, कामकार वास्ते, what comes to a male very naturally, a woman always had to walk that extra mile to gain that. So ਇੱਥੇ ਇੰਨਾ ਜ਼ਰੂਰ ਹੁੰਦਾ। ਖੈਰ ਉਹੋ ਜਿਹੀ ਗੱਲ ਦਾ ਮੈਨੂੰ ਸਾਹਮਣਾ ਨਹੀਂ ਕਰਨਾ ਪਿਆ, ਬਹੁਤ ਜ਼ਿਆਦਾ ਹੱਦ ਤੱਕ ਨਹੀਂ ਸਾਹਮਣਾ ਕਰਨਾ ਪਿਆ, ਪਰ ਮੈਂ ਦੇਖਦੀ ਰਹੀ ਹਾਂ ਮੇਰੇ ਆਲੇ ਦੁਆਲੇ ਵੀ ਇੱਕ ਵੂਮਨ ਰਾਈਟਰ, ਇੱਕ ਤੁਸੀਂ ਆਵਾਜ਼ ਬਣਦੇ ਹੋ ਉਸ ਗੂੰਗੇ ਸਮਾਜ ਦੀ, ਜਿਹੜੀ ਗੱਲ ਬਹੁਤ ਉਤਲੇ ਲੈਵਲ ਤੱਕ ਪਹੁੰਚਾਉਣ ਦੇ ਕਾਬਿਲ ਨਹੀਂ ਹੁੰਦੀ, ਉਹ ਗੱਲ ਤੁਸੀਂ ਇੱਕ ਠਰਮੇ ਦੇ ਨਾਲ ਇੱਕ ਸੁਚੱਜੇ ਪਲੇਟਫਾਰਮ ਦੇ ਉੱਤੇ ਪੇਸ਼ ਕਰਦੇ ਹੋ। Whether it is a social issue, a political issue, any kind of emotional battle, whatever it is, ਉਹ ਕਾਲਮ ਦੇ ਵਿੱਚ ਜਿਹੜੇ ਜਿਸ ਦੇ ਨਾਲ ਲੱਖਾਂ ਲੋਕ ਤੁਹਾਡੀ ਸੋਚ ਦੇ ਨਾਲ ਜੁੜਦੇ ਹਨ, ਉਹਨੂੰ ਹੁੰਗਾਰਾ ਮਿਲਦਾ ਹੈ। ਪਰ ਉਹ ਕਿੱਥੋਂ ਸ਼ੁਰੂ ਹੋਈ ਹੈ? ਸਪਰੈਸ਼ਨ ਤੋਂ। So then when you gain recognition over the years, ਤੁਸੀਂ ਉਸ ਉਹਦੇ ਦੇ ਨਾਲ ਤੁਹਾਨੂੰ ਨਵਾਜਿਆ ਜਾਂਦਾ ਹੈ, ਔਰ ਤੁਸੀਂ ਉੱਥੇ ਜਦੋਂ ਤੱਕ ਆਉਂਦੇ ਹੋ ਉਦੋਂ ਤੱਕ ਯੂ ਆਰ ਡਨ ਵਿਦ ਮੋਸਟ ਬੈਟਲਸ। ਇੱਥੇ ਯੂ ਆਰ ਜਸਟ ਅਨਦਰ ਹਿਊਮਨ ਬੀਇੰਗ ਇਨ ਅ ਵੈਰੀ ਇਫੈਕਟਿਵ ਟੀਮ ਐਂਡ ਯੂ ਹੈਵ ਟੂ ਗਿਵ ਯੋਰ ਬੈਸਟ। ਇਹਦੇ ਵਿੱਚ ਹੁਣ ਜਿਹੜਾ ਦੇਖਣ ਦਾ ਹੈ ਕਿ ਪੀਪਲ ਅਕ੍ਰੋਸ ਦ ਟੇਬਲ, ਉਹਦੇ ਵਿੱਚ ਜਿਹੜੀ ਇੱਕ ਤਬਦੀਲੀ ਆਈ ਹੈ ਤਸਵੀਰ ਦੇ ਵਿੱਚ, ਔਰ ਬੜੀ ਵਧੀਆ ਤਬਦੀਲੀ ਆਈ ਹੈ, ਉਹ ਇਹ ਹੈ ਕਿ ਜਿਹੜੇ ਐਪਲੀਕੈਂਟਸ ਨੇ ਉਹਦੇ ਵਿੱਚ ਬੀਬੀਆਂ ਜ਼ਿਆਦਾ ਆ ਰਹੀਆਂ ਨੇ। ਸ਼ਾਇਦ ਅਣਗਹਿਲੀ ਦੇ ਵਿੱਚ ਹੀ ਸਾਡੀਆਂ ਜਿਹੜੀਆਂ ਬੀਬੀਆਂ ਉਹ ਜ਼ਿਆਦਾ ਕੱਦ ਕੱਢ ਗਈਆਂ। ਉਹਨਾਂ ਦੀ ਪੜ੍ਹਾਈ ਵੀ, ਉਹਨਾਂ ਦੀ ਵਿੱਦਿਆ ਵੀ, ਉਹਨਾਂ ਦਾ ਹੌਂਸਲਾ ਵੀ, ਤੇ ਉਹਨਾਂ ਦੇ ਸੁਪਨੇ ਵੀ ਜ਼ਿਆਦਾ ਬੁਲੰਦ ਨੇ। ਸੋ ਮੇਰਾ ਖਿਆਲ ਹੈ ਕਿ ਸਮਾਜ ਨੂੰ ਬਹੁਤ ਹੱਦ ਤੱਕ ਬਹੁਤ ਸਾਰੀਆਂ ਔਰਤਾਂ ਸਾਤੋਂ ਪਹਿਲਾਂ ਜਗਾ ਚੁੱਕੀਆਂ ਹਨ। ਹੁਣ ਤਾਂ ਸਿਰਫ ਇਹ ਇੱਕ ਪਲੇਟਫਾਰਮ ਨੂੰ ਸੰਭਾਲਣ ਦੀ ਖੇਡ ਰਹਿ ਗਈ ਹੈ, ਔਰ ਇਹ ਸਿਰਫ ਇੱਕ ਜਾਗਰੂਕ ਮਨਾਂ ਦੀ ਹੋਈ ਨਹੀਂ ਗੱਲਬਾਤ, ਇਹ ਇੱਕ ਬੜੇ ਹੌਂਸਲੇ ਦੀ, ਬੜੇ ਇੱਕ ਕਹਿ ਲਓ ਕਿ ਇੱਕ ਸੁਲਝੇ ਤਰੀਕੇ ਦੀ, you have to set an example, you have to kind of set those guidelines for future generations to walk on. ਹੁਣ ਉਹ ਮੌਕਾ ਆ ਚੁੱਕਿਆ। ਬਿਲਕੁਲ ਆਪਾਂ ਬਿਲਕੁਲ ਬਬੂਤੇਰ ਜੀ, ਇਹੀ ਮੈਂ ਗੱਲ ਸੋਚ ਰਹੀ ਸੀ ਕਿ ਇੰਨਾ ਨੈਗੇਟਿਵ ਹੋ ਕੇ ਆਪਾਂ ਬਿਲਕੁਲ ਅੱਗੇ ਨਹੀਂ ਚੱਲ ਸਕਦੇ, ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਬਹੁਤ ਬਿਹਤਰ ਹੋਈਆਂ ਨੇ। ਜਿੱਦਾਂ ਤੁਸੀਂ ਕਿਹਾ ਕਿ
ਸਾਡੇ ਤੋਂ ਪਹਿਲਾਂ ਵੀ ਬਹੁਤ ਔਰਤਾਂ ਜਿਹੜੀਆਂ ਨੇ ਉਹ ਜਗਾ ਚੁੱਕੀਆਂ ਹੈਗੀਆਂ ਸਮਾਜ ਨੂੰ। ਡਾਕਟਰ ਭੱਲਾ, ਤੁਹਾਨੂੰ ਮੈਂ ਸਵਾਲ ਪੁੱਛਣਾ ਚਾਹੁੰਦੀ ਹਾਂ, ਤੁਸੀਂ ਗਾਇਨੋਕੋਲੋਜਿਸਟ ਹੈਗੇ ਹੋ ਔਰ ਹੁਣੇ ਵੀ, ਕਿਉਂਕਿ ਆਪਾਂ ਇਹੀ ਕਹਿੰਦੇ ਆ ਕਿ 21st ਸੈਂਚੁਰੀ 'ਚ ਆਪਾਂ ਆ ਚੁੱਕੇ ਹਾਂ, ਲੇਕਿਨ ਲੱਗਦਾ ਕਿ ਹੁਣੇ ਵੀ ਇੱਕ ਮੇਲ ਪ੍ਰੈਫਰੈਂਸ ਜਿਹੜੀ ਹੈਗੀ ਹੈ, ਇੱਕ ਬੱਚਾ ਜਿਹੜਾ ਉਹ ਮੇਲ ਪੈਦਾ ਹੋਣਾ ਚਾਹੀਦਾ ਹੈ ਔਰ ਫੀਮੇਲ ਦੇ ਲਈ ਹੁਣੇ ਵੀ ਜਿਹੜੇ ਜਦੋਂ ਹੁੰਦੀ ਹੈ, ਜਦੋਂ ਇੱਕ ਲੜਕੀ ਪੈਦਾ ਹੁੰਦੀ ਹੈ ਤਾਂ ਮੂੰਹ ਜਿਹੜੇ ਨੇ ਉਹ ਢਿੱਲੇ ਹੋ ਜਾਂਦੇ ਨੇ। ਤੁਹਾਨੂੰ ਲੱਗਦਾ ਹੁਣੇ ਪ੍ਰੈਫਰੈਂਸ ਹੈਗੀ ਹੈ ਮੇਲ ਪ੍ਰੈਫਰੈਂਸ? ਨੇਹਾ, ਇਸ ਤਰ੍ਹਾਂ ਹੈ ਕਿ ਪੰਜਾਬ 'ਚ ਵੀ ਜਾਂ ਡਾਊਨ ਸਾਊਥ ਜਿੱਥੇ ਮਰਜ਼ੀ ਤੁਸੀਂ ਗੱਲ ਕਰੋ, ਬॉयज़ ਆਰ ਬॉयज़, ਰਾਈਟ। ਮੈਂ ਸਾਰਿਆਂ ਨੂੰ ਕਹਿੰਦੀ ਹਾਂ, ਜਦੋਂ ਤੁਸੀਂ ਸਿਜ਼ੇਰੀਅਨ ਕਰ ਰਹੇ ਹੋ ਤੇ ਲੇਡੀਜ਼ ਨਾਰਮਲ ਦਾ ਪ੍ਰੈਫਰੈਂਸ ਰੱਖਦੀ ਹੈ, ਖਾਸ ਕਰ ਸਾਸੂ ਮਾਂ, ਮਦਰ, ਕੁੜੀ ਦੀ ਮਦਰ ਵੀ ਉਹ ਨਾਰਮਲ ਦਾ ਪ੍ਰੈਫਰੈਂਸ ਰੱਖਦੇ। ਜਦੋਂ ਤੁਸੀਂ ਸਿਜ਼ੇਰੀਅਨ ਕਰਕੇ ਮੁੰਡਾ ਦਿਓ ਨਾ, you are the best gynecologist, right? So which goes to say ਕਿ ਜਦੋਂ ਤੁਸੀਂ ਪਹਿਲੀ ਕੁੜੀ ਤੇ ਚਲੋ they are still accepting, when you give the second daughter you should see the face. You, that just goes to say कि कुड़ियाँ acceptable नहीं है. We are two sisters, okay, right? My father was the happiest person when my daughter was born. We celebrated Lodi, we celebrated, पता नहीं पापा ने किन्ने, मेरे फादर इन लॉ ने okay, पूरी कॉलोनी च मिठाई वंडी, right? And ਉਹਦਾ first birthday ਜਦੋਂ celebrate ਕੀਤਾ, we had about 500 guests, right? So daughters are acceptable, right? But I think it comes, the mentality is shown when the second daughter is born, right? ਜਦੋਂ ਦੂਸਰੀ, especially ਜਦੋਂ patient pregnant ਹੁੰਦੀ ਹੈ ਨਾ, and she walks to you and she says, मैम मैं बहुत tension ਚ I just look at the file, पहली बेटी है तेरी, so that just goes to say कि कितना स्ट्रेस, मैडम मेरा तो मेरे वालों जो मर्जी हो जाए, पर मेरे परिवार च ना they are all expecting a boy, ਉਹਨੂੰ ਤਾਂ ਵੀ ਕਿੰਨਾ ਜ਼ਿਆਦਾ ਪ੍ਰੈਸ਼ਰ and ਹੁੰਦਾ। ਉਹਦੇ ਨਾਲ ਬੱਚੇ ਦਾ ਵਜਨ ਘਟ ਜਾਂਦਾ ਹੈ, and the BP rises, the entire scenario of the pregnancy changes, right? So that is percolated from mother-in-law, from her own mother, बेटा मुंडा हो जाए ना तू बस जाएंगी, right? भाई हुन भी तो बसी हुई है, what is the problem? So what the problem is, it is fed into your mind, it is fed into the girl child's mind from the time she is born. You will be considered the best if you produce a boy, right? There are so many. ਡਾਕਟਰ ਭੱਲਾ, ਮੈਂ ਤੁਹਾਨੂੰ ਇਹ ਵੀ ਤੁਹਾਨੂੰ ਕਵਾਂਗੀ ਕਿ ਪਲੀਜ਼ ਤੁਸੀਂ ਇਹ ਦੱਸੋ ਸਾਡੇ ਦਰਸ਼ਕਾਂ ਨੂੰ ਕਿ ਸਿਰਫ ਇੱਕ ਮਹਿਲਾ ਦੀ ਜ਼ਿੰਮੇਵਾਰੀ ਨਹੀਂ ਹੈਗੀ ਮੇਲ ਚਾਈਲਡ ਬੋਰਨ ਕਰਨ ਦੀ। ਟੈਕਨੀਕਲੀ ਆਈ ਵਾਂਟ ਕਿ ਤੁਸੀਂ ਅਗਰ ਇਹ ਵੀ ਐਲੈਬੋਰੇਟ ਕਰ ਸਕੋ। Right. So for technical ਜਦੋਂ ਅਸੀਂ ਗੱਲ ਕਰਦੇ ਹਾਂ, men ਵਿੱਚ Y chromosome ਹੈ, right? So this Y chromosome which is given by the men to the X women is XX, right? ਦੋ X chromosome ਹੀ ਹੁੰਦੇ female ਵਿੱਚ, egg ਵਿੱਚ, so X women can only contribute X. It is the Y component which produces the male is contributed by men, है ना? कितनी irony है situation ਚ कि men produce ਕਰਨ ਰੋਲ ਰੱਖਦੇ ਕਿ ਮੁੰਡਾ ਹੋਵੇਗਾ ਕਿ ਕੁੜੀ, ਤੇ ਆਰੋਪ ਹੈਗਾ ਸਾਰਾ ਦਾ ਸਾਰਾ ਬਹੂ ਤੇ ਕੁੜੀਆਂ ਤੇ, right? Right. So as you rightly pointed, women are taking the blame, but I still feel it is not कि औरतां ਦਾ ਕਸੂਰ ਹੈ ਜਾਂ men ਦਾ ਕਸੂਰ ਹੈ। blame game ਕਰਨ ਦਾ ਕੋਈ ਮਤਲਬ ਨਹੀਂ ਹੈ। it is the change of society which is warranted. ਬਿਲਕੁਲ ਜਸਮੀਤ, ਜਿਸ ਤਰੀਕੇ ਦੇ ਨਾਲ ਪੂਰੇ ਸਲੋਗਨਸ ਆਪਾਂ ਸੁਣਦੇ ਹਾਂ, ਬੇਟੀ ਬਚਾਓ ਬੇਟੀ ਪੜਾਓ, ਬਹੁਤ ਸਾਰੀਆਂ ਚੀਜ਼ਾਂ ਆਪਾਂ ਸੁਣਦੇ ਹੈਗੇ ਆ, ਲੇਕਿਨ ਤੁਹਾਨੂੰ ਲੱਗਦਾ ਕਿ ਹੁਣ ਸਮਾਂ ਆ ਚੁੱਕਿਆ ਕਿ ਆਪਾਂ ਬੇਟੀਆਂ ਦੇ ਉੱਤੇ ਫੋਕਸ ਨਾ ਕਰਕੇ ਬੇਟਿਆਂ ਤੇ ਵੀ ਫੋਕਸ ਕਰੀਏ, ਕਿਉਂਕਿ ਕੀ ਇਹ ਸਮਾਜ ਜਿਹੜਾ ਹੈਗਾ ਇੱਕ ਸਟਰੋਂਗ ਮਹਿਲਾ ਨੂੰ ਐਕਸੈਪਟ ਕਰਦਾ ਹੈ? ਸੋ ਕਿਉਂ ਨਾ ਬੇਟਾ ਸਮਝਾਓ ਮੁਹਿੰਮ ਵੀ ਜਿਹੜੀ ਹੈਗੀ ਉਹ ਵੀ ਸ਼ੁਰੂ ਕੀਤੀ ਜਾਵੇ। ਐਬਸੋਲੂਟਲੀ। ਇਹ ਸਟੋਰੀ ਇਕੁਐਲਿਟੀ ਦੀ ਜਦੋਂ ਅਸੀਂ ਕਹਿੰਦੇ ਇੰਪਾਵਰਮੈਂਟ, ਆਈ ਥਿੰਕ ਇਟਸ ਅ ਫਾਲਸ ਵਰਡ। ਇੰਪਾਵਰਮੈਂਟ ਤਾਂ ਉਹਨੂੰ ਕਰੋ ਜਿਹਦੇ ਕੋਲ ਪਾਵਰ ਨਹੀਂ ਹੈਗੀ, ਪਾਵਰ ਤਾਂ ਸਾਰੇ ਕੋਲ ਹੈਗੀ ਹੈ, ਐਵਰੀ ਇੰਡੀਵਿਜੂਅਲ ਹੈਜ਼ ਅ ਪਾਵਰ। ਦ ਆਈਡੀਆ ਇਜ਼ ਕਿ ਇਕੁਅਲ ਪਲੇ ਕਿੱਥੇ ਹੈ, ਇਕੁਅਲ ਪਲੇ ਨਹੀਂ ਹੈਗਾ ਸਾਡਾ, ਐਂਡ ਵੀ ਹੈਵ ਟੂ ਫੋਕਸ ਜ਼ਿਆਦਾ ਕਿ ਸਾਰੀ ਓਪਰਚੁਨਿਟੀਜ਼ ਇਕੁਅਲੀ ਮਿਲਣ। ਜੇ ਅਸੀਂ ਲਾਅ ਸਿਸਟਮ ਵਿੱਚ ਦੇਖਦੇ ਹਾਂ, ਯੂ ਸੀ ਦੈਟ ਦੇ ਆਰ ਲਾਜ਼ ਦੈਟ ਜਿਹੜਾ ਪ੍ਰੋਟੈਕਟ ਕਰਦੇ ਔਰਤ ਨੂੰ, but at the same time one gender gets the burn somehow there is some imbalance at every stage. ਜੇ ਅਸੀਂ ਕਹਿੰਦੇ ਕੁੜੀਆਂ ਇਕੁਅਲ ਹੈਗੀਆਂ, ਜਦੋਂ ਕਰੀਅਰ ਆਪਸ਼ਨ ਦੀ ਗੱਲ ਆਉਂਦੀ ਹੈ ਫਿਰ ਉਹਨੂੰ ਉਸ ਸਾਈਡ ਪਾਇਆ ਜਾਂਦਾ ਜਿਸ ਸਾਈਡ ਉਹ ਸੇਫ ਰਹੇਗੀ, ਯੂ ਨੋ। ਡਰ ਨਹੀਂ ਖਤਮ ਹੁੰਦਾ, ਕਿਉਂ? ਕਿਉਂਕਿ ਫੇਅਰ ਪਲੇ ਨਹੀਂ ਹੈਗਾ, ਯੂ ਨੋ। ਤੇ ਮੇਰਾ ਜਿਹੜਾ ਅੰਡਰਸਟੈਂਡਿੰਗ ਹੈਗੀ, ਜਿਹੜਾ ਵੀ ਅਸੀਂ ਈਵ ਟੀਜ਼ਿੰਗ ਦੇ ਉੱਤੇ ਯੂ ਨੋ ਵੀਵ ਡਨ ਅ ਲੋਟ ਆਫ ਫਲੈਸ਼ ਮੌਬਸ ਐਂਡ ਅ ਲੋਟ ਆਫ ਥਿੰਗਸ, ਸਾਡਾ ਫੋਕਸ ਇਹੀ ਹੁੰਦਾ ਕਮ ਟੂਗੈਦਰ, ਕਿਸੇ ਦਾ ਚੱਲਣਾ ਨਹੀਂ, ਇੱਕ ਨਾ ਹੋਏ ਦੂਜਾ ਹੋਏ,
ਯੂ نو ਹਸਬੈਂਡ ਵਾਈਫ ਇਹ ਤਾਲਮੇਲ ਨਾਲ ਚੱਲਦਾ ਹੈ ਗੱਡੀ ਜੇ ਹੈ, ਵਾਈਫ ਬਿਲਕੁਲ। ਹਾਂਜੀ you have to be together and this togetherness is the topic that we should discuss how to build togetherness, how to build an ecosystem ਜਿੱਥੇ ਮੁੰਡਾ ਤੇ ਕੁੜੀ ਇਕੱਠੇ grow ਕਰਦੇ into a story ਯੂ نو ਸਾਡਾ ਖਾਲੀ ਹੁੰਦਾ ਤੁਸੀਂ ਜਾਓਗੇ ਕਿਸੇ ਦੇ ਘਰ ਤੇ ਤੁਸੀਂ ਉਹਨਾਂ ਦੀ ਮੰਨੋਗੇ ਤਾਂ ਤੁਹਾਨੂੰ acceptability ਮਿਲੇਗੀ and all of that adds up so much of pain whether it's female or the male. They are sensitive male also. I'm not saying ਖਾਲੀ ਕੁੜੀਆਂ ਨੂੰ ਪ੍ਰੋਬਲਮ ਹੁੰਦੀ ਹੈ ਤੁਸੀਂ ਇਹ ਦੇਖੋ ਬਿਲਕੁਲ। ਰਾਤੋਂ ਰਾਤ ਆਦਮੀ ਇੰਨਾ ਰਿਸਪੌਂਸਿਬਲ ਹੋ ਜਾਂਦਾ ਹੈ ਕਿ ਉਹਨੂੰ ਇੱਕ ਫੀਮੇਲ ਦੀ ਪੂਰੀ ਲਾਈਫ ਨੂੰ ਮੋਨੀਟਰ ਕਰਨਾ ਆਪਣੇ ਨਾਲ ਯੂ نو ਅਸੀਂ ਖਾਲੀ ਕੁੜੀ ਕਹਿੰਦੇ ਕਿ ਚਲੋ ਜੀ ਵਿਦਾਈ ਹੋਈ ਹੈ ਤੇ ਕੁੜੀ ਵਿਦਾ ਹੋਈ ਹੈ ਮੁੰਡਾ ਵੀ ਇੱਕ ਤਰਫਾ ਹੋ it's a very interesting game you know we need to have this common idea that ਦੋਨਾਂ ਦੀ ਲਾਈਫ ਚੇਂਜ ਹੋ ਰਹੀ ਹੈ and we should leave them for some time ਕਿ ਦੋਨੋਂ ਇੱਕ ਦੂਜੇ ਨਾਲ ਸਮਝ ਕੇ ਤਾਂ ਹੀ ਅਸੀਂ ਕਹਿੰਦੇ ਕੋਇਡ ਹੋਣਾ ਕਿਉਂ ਜ਼ਰੂਰੀ ਹੈ ਯੂ نو ਤੁਸੀਂ ਕੁੜੀਆਂ ਨੂੰ ਇਕੱਠੇ ਬਿਠਾਓਗੇ ਮੁੰਡਿਆਂ ਤੋਂ ਬਚਾਓਗੇ ਫਿਰ ਮੁੰਡਾ ਕਹੇਗਾ ਅੱਛਾ ਬਚਣਾ ਹੈ ਤੇ ਤੁਸੀਂ ਬੱਚੇ ਨੂੰ ਬੋਲੋ ਲੋਲੀਪੌਪ ਨਹੀਂ ਖਾਣਾ ਆਈਸਕ੍ਰੀਮ ਨਹੀਂ ਖਾਣੀ ਉਹ ਕੀ ਕਹੇਗਾ ਮੈਨੂੰ ਖਾਣੀ ਹੈ you know so you're doing bad conditioning, you're refraining ਕੁਝ ਵੀ ਚੀਜ਼ ਤੁਸੀਂ ਖਿੱਚੋਗੇ ਤੇ ਉਹ ਚੀਜ਼ ਜ਼ਿਆਦਾ ਵਧੇਗੀ ਬਿਲਕੁਲ ਸਰਬਜੀਤ ਕੌਰ ਜੀ ਤੁਹਾਨੂੰ ਮੈਂ ਹੀ ਪੁੱਛਣਾ ਚਾਹ ਰਹੀ ਹਾਂ ਅਗਲਾ ਸਵਾਲ ਜਿਸ ਤਰੀਕੇ ਨਾਲ ਇਹ ਡਿਸਕਸ਼ਨ ਅੱਗੇ ਚੱਲ ਰਹੀ ਹੈਗੀ ਹੈ ਕਿ ਆਫ ਕੋਰਸ ਆਪਾਂ ਜੈਂਡਰ ਬੈਸ਼ਿੰਗ ਜਿਹੜੀ ਹੈਗੀ ਬਿਲਕੁਲ ਨਹੀਂ ਕਰਨਾ ਚਾਹੁੰਦੇ ਇਹ ਵੀ ਨਹੀਂ ਕਹਿਣਾ ਚਾਹੁੰਦੇ ਕਿ ਆਪਾਂ ਮੇਲ ਬੈਸ਼ਿੰਗ ਕਰੀ ਜਾਈਏ ਬਿਕਾਜ਼ ਆਪਾਂ ਦੋਨਾਂ ਨੇ ਇਕੱਠੇ ਮਿਲ ਕੇ ਚੱਲਣਾ ਹੈਗਾ ਤਾਂ ਇਹ ਸਮਾਜ ਇੱਕ ਬਿਹਤਰ ਸਮਾਜ ਬਣੇਗਾ ਲੇਕਿਨ ਜਦੋਂ ਆਪਾਂ ਵਿਆਹ ਦੀ ਗੱਲ ਕਰਦੇ ਹਾਂ ਤੁਹਾਨੂੰ ਲੱਗਦਾ ਹੈ ਕਿ ਇੱਕ ਬਹੁਤ ਜ਼ਿਆਦਾ ਪ੍ਰੈਸ਼ਰ ਹੈਗਾ ਕਿ ਇੱਕ ਸਭ ਤੋਂ ਪਹਿਲਾਂ ਵਿਆਹ ਕਰਨਾ ਬਹੁਤ ਜ਼ਰੂਰੀ ਹੈ ਫਿਰ ਬੱਚੇ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਔਰ ਦੂਸਰਾ ਇਹੀ ਕਿਹਾ ਜਾਂਦਾ ਕਈ ਵਾਰ ਕਿ ਅੱਛਾ ਅਗਰ ਮੁੰਡਾ ਠੀਕ ਨਹੀਂ ਹੈਗਾ ਤਾਂ ਵਿਆਹ ਕਰ ਦੋ ਕੋਈ ਗੱਲ ਨਹੀਂ ਮੁੰਡਾ ਠੀਕ ਹੋ ਜਾਏਗਾ ਸੋ ਤੁਹਾਨੂੰ ਲੱਗਦਾ ਕਿ ਕੁੜੀਆਂ ਨੂੰ ਬਸ ਇਹ ਸਮਝਿਆ ਜਾਂਦਾ ਕਿ ਇਹ ਇੱਕ ਸਕੂਲ ਹੈਗੇ ਨੇ ਔਰ ਇਹਨਾਂ ਨੇ ਬਸ ਮੁੰਡਿਆਂ ਨੂੰ ਠੀਕ ਕਰਨਾ ਹੈ ਦੇਖੋ ਤੁਹਾਡੀ ਗੱਲ ਬਿਲਕੁਲ ਸਹੀ ਹੈ ਇੰਸਟੀਚਿਊਟ ਹੀ ਸਮਝਦੇ ਆ ਇੱਕ ਫੀਮੇਲ ਇੰਸਟੀਚਿਊਟ ਹੈ ਉਹ ਤਾਂ ਇਹ ਸੋਚ ਕੇ ਚੱਲਦੇ ਸੋਸਾਇਟੀ 'ਚ ਕਿ ਸ਼ਾਇਦ ਸਾਡੇ ਬੱਚੇ ਠੀਕ ਹੋ ਜਾਣਗੇ ਸੁਧਰ ਜਾਣਗੇ ਸ਼ਾਇਦ ਇਹ ਕੁੜੀਆਂ ਸਭ ਕੁਝ ਚੇਂਜ ਕਰ ਲੈਣਗੀਆਂ ਔਨ ਦਾ ਅਦਰ ਹੈਂਡ ਕੁੜੀਆਂ ਨੂੰ ਕੋਈ ਰਾਈਟ ਨਹੀਂ ਹੈ ਨਾ ਆਪਣੇ ਸਹੁਰੇ ਘਰ ਜਾ ਕੇ ਬੋਲਣ ਦਾ ਫਿਰ ਨਾ ਪਿੱਛੇ ਆ ਕੇ ਇੰਟਰਫੇਅਰ ਕਰਨ ਦਾ ਆਪਣੀ ਪੇਰੈਂਟਸ ਫੈਮਿਲੀ 'ਚ ਬਿਲਕੁਲ ਵੇ ਵਿਲ ਦੇ ਗੋ ਬਿਲਕੁਲ ਔਰ ਇੱਕ ਇਹ ਚੀਜ਼ ਆਉਂਦੀ ਹੈ ਨਾ ਕਿ ਇੱਕ ਮਹਿਲਾ ਨੂੰ ਬਸ ਤੁਸੀਂ ਇਹੀ ਬਣਾਈ ਜੋ ਕਿ ਤੁਸੀਂ ਬਸ ਸੱਚ ਦੀ ਦੇਵੀ ਹੋ ਪਤਨੀ ਵਰਤਾ ਹੋ ਬਹੁਤ ਭਾਰੇ ਸ਼ਬਦ ਹੈਗੇ ਨੇ ਕਿ ਇੱਕ ਮਹਿਲਾ ਆਪਣੀ ਜ਼ਿੰਦਗੀ ਜੀ ਨਹੀਂ ਸਕਦੀ ਹੈਗੀ ਇੱਕ ਮਹਿਲਾ ਨੂੰ ਵੀ ਪੂਰਾ ਹੱਕ ਹੈਗਾ ਜਿਸ ਤਰੀਕੇ ਨਾਲ ਉਹ ਜੀਣਾ ਚਾਹੁੰਦੀ ਹੈਗੀ ਹੈ ਇਨਸਟੈਡ ਕਿ ਇੰਨੀ ਜ਼ਿਆਦਾ ਆਪਣੇ ਉੱਤੇ ਬਰਡਨ ਲੈ ਕੇ ਜੀਏ ਤੁਸੀਂ ਕੀ ਕਹਿੰਦੇ ਹੋ ਇਸ ਤੇ ਦੇਖੋ ਰਾਈਟ ਸਭ ਨੂੰ ਰਾਈਟ ਟੂ ਲਾਈਫ ਹੈ ਲਿਬਰਟੀ ਹੈ ਸਭ ਕੁਝ ਹੈ ਕਨਸਟੀਟਿਊਸ਼ਨ 'ਚ ਇੰਨੇ ਵੱਡੇ ਵਰਡਸ ਲਿਖਤੇ ਲੋਕਾਂ ਨੂੰ ਸਭ ਨੂੰ ਪਤਾ ਚੱਲ ਗਿਆ ਸਾਡੇ ਆ ਫੰਡਾਮੈਂਟਲ ਰਾਈਟ ਨੇ ਕਿਸੇ ਨੂੰ ਨਹੀਂ ਪਤਾ ਮੇਰੀ ਡਿਊਟੀ ਕੀ ਹੈ ਵਾਈ ਟੂ ਟੀਚ ਨਾ ਕਿਤਾਬਾਂ ਪੜ੍ਹਾ ਰਹੀਆਂ ਨਾ ਕੁਝ ਠੀਕ ਹੈ ਦੋਜ਼ ਹੂ ਆਰ ਲਰਨਿੰਗ ਹੈ ਤਾਂ ਫੈਮਿਲੀ ਵੈਲਿਊਜ਼ ਪੇਰੈਂਟਸ ਦੇ ਰਹੇ ਆ ਆਪਣੇ ਬੱਚਿਆਂ ਨੂੰ ਹਰੇਕ ਦੀ ਫੈਮਿਲੀ 'ਚ ਡਿਫਰੈਂਟ ਹੈ ਕੋਈ ਸਿਖਾ ਰਿਹਾ ਕੋਈ ਨਹੀਂ ਸਿਖਾ ਰਿਹਾ ਕੋਈ ਬਿਨਾਂ ਸਿੱਖੇ ਹੀ ਕਰ ਰਿਹਾ ਹੈ ਠੀਕ ਹੈ ਨਾ ਐਡੈਪਟੇਬਿਲਿਟੀ ਮੇਰੀ ਹੈ ਮੈਨੂੰ ਜੋ ਚੰਗਾ ਲੱਗ ਰਿਹਾ ਮੈਂ ਉਹ ਕਰ ਰਿਹਾ ਕਈ ਐਸੇ ਹੈ ਜਿਨ੍ਹਾਂ ਨੂੰ ਫੋਰਸ ਕੀਤਾ ਜਾ ਰਿਹਾ ਉਹ ਮੈਜੋਰਿਟੀ ਉਹ ਹੈ ਜਿਨ੍ਹਾਂ ਨੂੰ ਫੋਰਸ ਕੀਤਾ ਜਾਂਦਾ ਹੈ ਕਿ ਹਸਬੈਂਡ ਹੈ ਇਹਦੀ ਸੁਣਨੀ ਹੈ ਇਸ ਤੋਂ ਬਾਹਰ ਨਹੀਂ ਜਾਣਾ ਮੇਰੇ ਖਿਆਲ ਨਾਲ ਜਿਹੜੀਆਂ ਕੁੜੀਆਂ ਇੰਡੀਪੈਂਡੈਂਟਲੀ ਵਰਕਿੰਗ ਹੈਗੀਆਂ ਵਰਕਿੰਗ ਵੂਮਨਸ ਹੈ ਹੁਣ ਸਿਨੈਰੀਓ ਚੇਂਜ ਹੁੰਦਾ ਜਾ ਰਿਹਾ ਜਿਹੜੀਆਂ ਨਹੀਂ ਸੁਣਦੀਆਂ ਉਹ ਕੈਰੈਕਟਰਲੈਸ ਨੇ ਜਾਂ ਉਹਨਾਂ ਦਾ ਕੈਰੈਕਟਰ ਅਸੈਸੀਨੇਸ਼ਨ ਵੀ ਹੁੰਦਾ ਹੈਗਾ ਉਹ ਤਾਂ ਘਰਾਂ ਤੋਂ ਹੀ ਸ਼ੁਰੂ ਹੋ ਜਾਂਦਾ ਸੋਸਾਇਟੀ ਦਾ ਵਿਹਲੀ ਬੈਠੀ ਆ ਉਹਨਾਂ ਦਾ ਦੇਖਣਾ ਹੀ ਆ ਕਿੱਧਰ ਨੂੰ ਜਾਂਦੇ ਆ ਕੌਣ ਕੀ ਕਰਦਾ ਉਹਨਾਂ ਨੇ ਤਾਂ ਗੱਲਾਂ ਕਰਨੀਆਂ ਕਹਿੰਦੀਆਂ ਇੱਥੇ ਤਾਂ ਫੈਮਿਲੀ ਤੋਂ ਹੀ ਸ਼ੁਰੂ ਹੋ ਜਾਂਦਾ ਜਿਹੜੀ ਸੁਣਦੀ ਨਹੀਂ ਹੈਗੀ ਇਹ ਆਪਣੇ ਆਪ ਨੂੰ ਜ਼ਿਆਦਾ ਸਮਝਦੀ ਹੈ ਬਹੁਤਾ ਕਮਾਉਂਦੀ ਹੈ ਇਹ ਬੜੀ ਆਪਣੇ ਆਪ ਨੂੰ ਸਮਝਦੀ ਹੈ ਪਤਾ ਨਹੀਂ ਮੈਂ ਕੀ ਬਣੀ ਹੋਈ ਆ ਸੋਸਾਇਟੀ 'ਚ ਬੜੀਆਂ ਇਸ ਤਰ੍ਹਾਂ ਦੀਆਂ ਗੱਲਾਂ ਬਹੁਤ ਸਾਹਮਣੇ ਆਉਂਦੀਆਂ ਹੈਗੀਆਂ ਬਬੂਤਰ ਜੀ ਮੈਂ ਤੁਹਾਨੂੰ ਇਹੀ ਪੁੱਛਣਾ ਚਾਹੁੰਦੀ ਹਾਂ ਜਿਹੜਾ ਸਵਾਲ ਇਹਨਾਂ ਨੇ ਵੀ ਉਠਾਇਆ ਹੈਗਾ ਕਿ ਜਦੋਂ ਇੱਕ ਮਹਿਲਾ ਕਮਾਉਣਾ ਸ਼ੁਰੂ ਹੋ ਜਾਂਦੀ ਹੈ ਸੋ ਫਾਈਨੈਂਸ਼ੀਅਲ ਇੰਡੀਪੈਂਡੈਂਸ ਹਮੇਸ਼ਾ ਇੱਕ ਬਹੁਤ ਅਹਿਮ ਰੋਲ ਰਹਿੰਦਾ ਹੈਗਾ ਵੂਮਨ ਇੰਪਾਵਰਮੈਂਟ ਦੇ ਵਿੱਚ ਤੁਹਾਨੂੰ ਲੱਗਦਾ ਹੈ ਕਿ ਇੱਕ ਜੋ ਸਾਡਾ ਇੱਕ ਫਿਊਡਲ ਮਾਈਂਡਸੈਟ ਹੈਗਾ ਪੈਟਰੀਆਰਕਲ ਸੁਸਾਇਟੀ ਹੈਗੀ ਹੈ ਉਸ ਦੇ ਵਿੱਚ ਕਿਤੇ ਨਾ ਕਿਤੇ ਮਹਿਲਾਵਾਂ ਨੂੰ ਦਿੱਕਤ ਜ਼ਰੂਰ ਆਉਂਦੀ ਹੈ ਜਿਸ ਤਰੀਕੇ ਨਾਲ ਇਹਨਾਂ ਨੇ ਕਿਹਾ ਕਿ ਤਾਨੇ ਵੀ ਮਾਰੇ ਜਾਂਦੇ ਨੇ ਕਿ ਹੁਣ ਤੂੰ ਜ਼ਿਆਦਾ ਕਮਾਉਣਾ ਸ਼ੁਰੂ ਕਰਤਾ ਹੈ ਤੇਰੇ ਜ਼ਿਆਦਾ ਪੜ੍ਹ ਨਿਕਲ ਗਏ ਨੇ ਜਾਂ ਹੁਣ ਤੂੰ ਜ਼ਿਆਦਾ ਸਮਝਦਾਰ ਹੋ ਗਈ ਹੈ ਤੇ ਕਿਤੇ ਨਾ ਕਿਤੇ ਉਸ ਨੂੰ ਤਾਨਿਆਂ ਦੇ ਨਾਲ ਵੀ ਜਿਹੜਾ ਹੈਗਾ ਦਬਾਇਆ ਜਾਂਦਾ ਹੈ ਇਹ ਇੱਕ ਜਿਹੜੀ ਗੱਲ ਇਹ ਕਰ ਰਹੇ ਉਹ ਆਪਣੇ ਸਮਾਜ ਦਾ ਸਭ ਤੋਂ ਕੌੜਾ ਸੱਚ ਹੈ ਵੀ ਦੋ ਘਰਾਂ ਦਾ ਚਿਰਾਗ ਹੈ ਲੜਕੀ ਤੇ ਉਹਦੀ ਆਪਣੀ ਜ਼ਿੰਦਗੀ 'ਚ ਹਨੇਰਾ ਉਹਦੀ ਵਜ੍ਹਾ ਇੱਕ ਇਹ ਹੈ ਕਿ ਦੇਖੋ ਜਦੋਂ ਵਿਆਹ ਕੇ ਆਉਂਦੀ ਹੈ ਇੱਕ ਸਿਸਟਮ ਦੇ ਵਿੱਚ ਉਹ ਆ ਰਹੀ ਹੈ ਉਹ 3-4 ਜਣੇ ਇੱਕ ਦੂਜੇ ਦੇ ਨਾਲ ਐਡਜਸਟ ਹੋ ਚੁੱਕੇ ਨੇ ਉਹ ਇੱਕ ਪਰਿਵਾਰ ਹੈ ਆਊਟਸਾਈਡਰ ਦਾ ਟੈਗ ਉਹਦੇ ਤੋਂ ਕਦੇ ਲਾਉਂਦੇ ਨਹੀਂ ਉਹਨੂੰ ਕਦੇ ਉਹ ਹੱਕ ਨਹੀਂ ਮਿਲਦਾ ਉਸ ਘਰ ਦੇ ਵਿੱਚ ਇੱਕ
ਪਿੱਛੇ ਜੇ ਇੱਕ ਵਾਰਤਾਲਾਪ ਹੋ ਰਹੀ ਸੀ ਇੱਕ ਦੋਸਤ ਨਾਲ ਮੇਰੀ, ਜਿਹਨੇ ਇੱਕ ਬੜੀ ਵੈਲਿਡ ਗੱਲ ਕਹੀ। ਉਹ ਕਹਿੰਦੀ ਕਿ ਲੜਕੀਆਂ ਦਾ ਹੱਕ ਜਾਇਦਾਦ 'ਚ ਰੱਖਣ ਨਾਲੋਂ ਨੂੰਹਾਂ ਦਾ ਹੋਣਾ ਚਾਹੀਦਾ ਹੈ। ਤੇ ਲੋਕ ਮਾਰਨਾ ਵੀ ਛੱਡ ਦੇਣਗੇ। ਦੂਜੀ ਗੱਲ ਹੈ, ਤੁਸੀਂ ਆਪਣੇ ਸਮਾਜਿਕ ਇੱਕ ਰਿਚੁਅਲ ਦੇਖੋ ਵੀ ਜਦੋਂ ਇੱਕ ਲੇਡੀ ਦੀ ਡੈਥ ਹੁੰਦੀ ਹੈ, ਚਾਹੇ ਉਹ 90 ਸਾਲ ਦੀ ਉਮਰ 'ਚ ਪੂਰੀ ਹੋਵੇ, ਉਹਦਾ ਜਿਹੜਾ ਅਖੀਰਲਾ ਸੂਟ ਹੈ ਉਹ ਪੇਕਿਆਂ ਦੇ ਘਰਾਂ 'ਚੋਂ ਆਉਣਾ। ਕਿਉਂ ਆਉਣਾ? 25 ਸਾਲ ਉਹਨੇ ਪੇਕੇ ਕੱਟੇ, ਉਦੋਂ ਬਾਅਦ 50 ਜਾਂ 60 ਸਾਲ ਉਹਨੇ ਆਪਣੇ ਸਹੁਰੇ ਘਰ ਕੱਟੇ, ਪਰ ਉਹ ਘਰ ਉਹਦਾ ਆਪਣਾ ਨਹੀਂ ਬਣਿਆ। ਤੇ ਆਪਾਂ ਕਹਿੰਦੇ ਹਾਂ ਕਿ ਲੜਕੀਆਂ ਦੀ ਲੋਹੜੀ ਮਨਾਈ, ਮੈਂ ਕਹਿੰਦੀ ਹਾਂ ਸਾਰੀ ਲਾਈਫ ਇੱਕ ਸੈਲੀਬ੍ਰੇਸ਼ਨ ਹੋਣੀ ਚਾਹੀਦੀ ਹੈ, ਰਿਚੁਅਲਸ ਤੇ ਉੱਤੇ ਉੱਠੀਏ ਔਰ ਉਹਨਾਂ ਨੂੰ ਉਹਨਾਂ ਦੀ ਯੋਗ ਥਾਂ ਦਈਏ। ਜਿਹੜੀ ਇੱਕ ਲੜਕੀ ਨੇ ਆਪਣੇ ਘਰ ਦਾ ਸੁੱਖ ਚੈਨ ਕੰਫਰਟ ਛੱਡ ਕੇ ਤੁਹਾਡੇ ਘਰ ਦੇ ਵਿੱਚ ਸ਼ਾਮਲ ਹੋਈ ਹੈ, ਤੁਹਾਡੇ ਲੜਕੇ ਦਾ ਕੌੜਾ ਫਿੱਕਾ ਸੁਭਾਅ ਵੀ ਉਹਨੇ ਐਡਜਸਟ ਕਰਨਾ ਹੈ। ਜੋ ਤੁਹਾਡੀ ਆਪਸ ਦੇ ਵਿੱਚ ਇੱਕ ਦੂਜੇ ਦੇ ਨਾਲ ਤਵੱਜੋ ਹੈ ਉਹ ਤੁਸੀਂ ਉਹਨੂੰ ਦੇ ਵੀ ਨਹੀਂ ਰਹੇ ਔਰ ਉਹਦਾ ਕੋਈ ਹੱਕ ਵੀ ਨਹੀਂ ਬਣ ਰਿਹਾ। ਬਿਲਕੁਲ। ਮੈਂ ਇਹ ਵੀ ਪੁੱਛਣਾ ਚਾਹੁੰਦੀ ਹਾਂ, ਸਿੰਸ ਆਪਾਂ ਰਿਚੁਅਲਸ ਦੀ ਗੱਲ ਕੀਤੀ ਹੈ, ਕਿ ਇਹ ਬਹੁਤ ਜ਼ਰੂਰੀ ਹੈ ਕਿ ਇੱਕ ਮਹਿਲਾ ਹੀ ਆਪਣਾ ਘਰ ਛੱਡ ਕੇ ਜਾਏ। ਆਫ ਕੋਰਸ ਆਪਾਂ ਮੈਟਰੀਆਰਕਲ ਸੁਸਾਇਟੀ ਦੇ ਵਿੱਚ ਨਹੀਂ ਹੈਗੇ, ਲੇਕਿਨ ਬਹੁਤ ਹੀ ਔਖਾ ਹੈਗਾ ਹੈ। ਸ਼ਾਇਦ ਸਾਨੂੰ ਹੁਣ ਸੋਸ਼ਲਾਈਜੇਸ਼ਨ ਦੀ ਇੰਨੀ ਆਦਤ ਪੈ ਚੁੱਕੀ ਹੈ, ਇੰਨੇ ਜ਼ਿਆਦਾ ਆਪਾਂ ਸੋਸ਼ਲਾਈਜ਼ਡ ਹੋ ਗਏ ਹਾਂ ਕਿ ਇੱਕ ਕੁੜੀ ਨੂੰ ਹੀ ਘਰ ਛੱਡ ਕੇ ਜਾਣਾ ਹੈਗਾ। ਮੈਂ ਨਹੀਂ ਕਹਿ ਰਹੀ ਕਿ ਮੁੰਡਾ ਘਰ ਛੱਡ ਕੇ ਆਏ, ਲੇਕਿਨ ਕੁਝ ਹੋਰ ਵੇ ਆਊਟ ਨਹੀਂ ਹੋ ਸਕਦਾ ਹੈਗਾ। ਇੱਕ ਕੁੜੀ ਜਿਹੜੀ ਹੈਗੀ ਆ ਉਹੀ, ਕਿਉਂਕਿ ਹੁਣ ਰੀਸੈਂਟਲੀ ਆਪਾਂ ਦੇਖਿਆ ਜਿਸ ਤਰੀਕੇ ਨਾਲ ਇੱਕ ਦੀਆ ਮਿਰਜ਼ਾ ਦਾ ਹੁਣੇ ਵਿਆਹ ਹੋਇਆ ਤੇ ਉਸਨੇ ਇੱਕ ਪੰਡਿਤ ਨੇ ਸਭ ਤੋਂ ਪਹਿਲਾਂ ਆਹੂਤੀ ਦਿੱਤੀ ਹੈਗੀ ਹੈ, ਉਸ ਦੇ ਵਿੱਚ ਫੇਰੇ ਪੜੇ ਨੇ। ਫਿਰ ਉਸ ਤੋਂ ਬਾਅਦ ਉਸਨੇ ਮਨਾ ਕਰ ਦਿੱਤਾ ਕਿ ਮੇਰੀ ਵਿਦਾਈ ਨਹੀਂ ਕਰਨੀ ਹੈਗੀ, ਮੈਂ ਕੋਈ ਚੀਜ਼ ਨਹੀਂ ਆ ਕਿ ਮੈਨੂੰ ਵਿਦਾ ਕੀਤਾ ਜਾਵੇ, ਮੈਂ ਇੱਕ ਇੰਡੀਵਿਜੂਅਲ ਹਾਂ ਔਰ ਮੈਂ ਆਪਣੇ, ਇਹ ਵੀ ਮੇਰਾ ਘਰ ਹੈ ਉਹ ਵੀ ਮੇਰਾ ਘਰ ਹੈ। ਸੋ ਰਿਚੁਅਲਸ ਦੇ ਉੱਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਇੱਕ ਕੁੜੀ ਨੂੰ ਕਦੋਂ ਤੱਕ ਇੱਕ ਚੀਜ਼ ਜਿਹੜਾ ਹੈਗਾ ਉਹ ਮੰਨਿਆ ਜਾਏਗਾ ਕਿ ਵਿਦਾ ਹੋ ਜਾ ਔਰ ਸਭ ਕੁਝ ਜੋ ਸਾਡੇ ਰਿਚੁਅਲਸ ਹੈਗੇ? ਇਹ ਤਬਦੀਲੀ ਆਉਣ 'ਚ ਹਲੇ ਬਹੁਤ ਵਕਤ ਲੱਗੇਗਾ। ਹਲੇ ਤਾਂ ਆਪਣੇ ਘਰ ਦੇ ਵਿੱਚ ਹੀ ਜਿਹੜੀ ਉਹ ਰੀਤ ਚੱਲ ਰਹੀ ਹੈ ਉਹਦੇ ਹਿਸਾਬ ਨਾਲ ਜਿਹੜੀ ਚੱਲ ਕੇ ਆ ਗਈ ਹੈ ਤੁਹਾਡੇ ਘਰ ਦੇ ਵਿੱਚ, ਆਪਣੇ ਕਰਮ ਲੈ ਕੇ ਆਪਣਾ ਯੋਗਦਾਨ ਲੈ ਕੇ ਉਹਨੂੰ ਹੀ ਖਿੜੇ ਮੱਥੇ ਸਵੀਕਾਰ ਕਰਨਾ ਸਿੱਖ ਲਿਆ ਸਮਾਜ। ਮੈਨੂੰ ਲੱਗਦਾ ਉਹਦੇ ਨਾਲ ਫਰਕ ਹੀ ਮਹਿਸੂਸ ਹੋਣਾ ਖਤਮ ਹੋ ਜਾਏਗਾ ਕਿ ਮੇਰਾ ਘਰ ਕੀ ਸੀ ਤੇ ਇਹ ਘਰ ਕੀ ਹੈ। ਦਿਸ ਇਜ਼ ਦ ਫਰਸਟ ਸਟੈਪ। ਦੂਜੀ ਗੱਲ ਜਿਹੜੀ ਤੁਸੀਂ ਕਮਾਈ ਦੀ ਗੱਲ ਕਰਦੇ ਹੋ, ਦੇਖੋ ਇੱਕ ਮੇਲ ਈਗੋ ਹੈ ਨਾ, ਅਨਫੋਰਚੂਨੇਟਲੀ ਇਜ਼ ਦ ਮੋਸਟ ਫ੍ਰੈਜਾਈਲ ਥਿੰਗ। ਬਿਲਕੁਲ। ਕਿ ਕੁੜੀ ਜਦੋਂ ਕਮਾਉਣ ਲੱਗਦੀ ਹੈ ਜਾਂ ਉਹਦਾ ਜਿਹੜੀ ਇੱਕ ਸੋਸ਼ਲ ਸਟੈਂਡਿੰਗ ਦੋ ਪੈਰ ਅੱਗੇ ਹੋਵੇ ਜਾਂ ਉਹਦੀ ਜਿਹੜੀ ਐਕਸੈਪਟੈਂਸ ਜਾਂ ਉਹਦੀ ਪਰਸਨੈਲਿਟੀ ਥੋੜੀ ਜੀ ਸਿਰ ਕੱਢਵੀਂ ਹੋਵੇ, ਉਹਨੂੰ 10 ਪੈਰ ਪਿੱਛੇ ਹੋਣਾ ਪੈਂਦਾ ਹੈ ਤਾਂ ਕਿ ਉਹ ਉਨੀ ਕੁ ਗੱਲ ਉਹ ਚੱਲ ਸਕੇ। ਬਿਲਕੁਲ। ਠੀਕ ਹੈ। ਸੋ ਇਹ ਸਾਰੀਆਂ ਤਬਦੀਲੀਆਂ ਇੱਕ ਹੈਲਦੀ ਸੁਸਾਇਟੀ ਦੇ ਵਿੱਚ ਆਉਣ ਦੀ ਬਹੁਤ ਜ਼ਰੂਰਤ ਹੋਗੀ, ਕਿਉਂਕਿ ਜਿਹੜਾ ਸਿਹਤਮੰਦ ਸਮਾਜ ਹੁੰਦਾ ਹੈ ਉਹਦੇ ਵਿੱਚ ਸਭ ਤੋਂ ਵੱਡੀ ਜਿਹੜੀ ਉਹ ਮਾਪਦੰਡ ਹੈ ਨਾ, ਉਹ ਜਿਹੜਾ ਪੈਰਾਮੀਟਰ ਹੈ, ਦੈਟ ਇਜ਼ ਕਿ ਤੁਹਾਡੀਆਂ ਔਰਤਾਂ ਕਿੰਨੀਆਂ ਖੁਸ਼ ਨੇ। ਬਿਲਕੁਲ, ਕਿਉਂਕਿ ਜਦੋਂ ਔਰਤਾਂ ਖੁਸ਼ ਹੋਣਗੀਆਂ ਤਾਂ ਹੀ ਸਮਾਜ ਵੀ ਖੁਸ਼ ਹੋਏਗਾ, ਤਾਂ ਹੀ ਸਮਾਜ, ਤਾਂ ਹੀ ਘਰ, ਤਾਂ ਹੀ ਬੱਚੇ, ਤਾਂ ਹੀ ਆਉਣ ਵਾਲੀਆਂ ਨਸਲਾਂ, ਉਹ ਸਾਰਾ ਕੁਝ ਉਸੇ ਚੀਜ਼ ਤੇ ਡਿਪੈਂਡੈਂਟ ਹੈ। ਉਹਨੂੰ ਸਪਰੈਸ ਕਰਕੇ ਨਾ ਚੱਲੋ, ਸਗੋਂ ਉਹਦੀ ਕਾਬਲੀਅਤ 'ਚ ਫਖਰ ਮਹਿਸੂਸ ਕਰੋ। ਕਿਤੇ ਨਾ ਕਿਤੇ ਉਹਦੇ ਗਾਂਹ ਵਧਣ ਨਾਲ, ਉਹਦੀ ਪਰਸਨੈਲਿਟੀ ਨਾਲ, ਉਹਦੀ ਕਾਮਯਾਬੀ ਦੇ ਵਿੱਚ ਤੁਹਾਡਾ ਇੱਕ ਅਨਸਪੋਕਨ ਸਿਗਨੇਚਰ ਹੈ। ਦਿਸ ਇਜ਼ ਵਾਟ ਦ ਮੇਲ ਜੈਂਡਰ ਨੀਡਸ ਟੂ ਅੰਡਰਸਟੈਂਡ ਕਿ ਇਹ ਕਿਤੇ ਨਹੀਂ ਹੁੰਦਾ। wherever she goes, she is known as your wife, as someone's daughter. Unfortunately, ਇਹ ਜਿਹੜੇ ਟੈਗਸ ਹੈ ਇਹ ਰਹਿਣੇ ਹੀ ਰਹਿਣੇ ਹੈ। ਸੋ ਇਹ ਸਾਰੇ ਦੇ ਵਿੱਚ ਉਹ ਜੇ ਕਾਮਯਾਬ ਹੋਊਗੀ, ਉਹ ਇੱਕ ਸੁਸਾਇਟੀ ਦੇ ਵਿੱਚ ਥੋੜਾ ਜਿਹਾ ਠਰਮੇ ਦੇ ਨਾਲ ਉਹਦੀ ਗੱਲਬਾਤ ਸੁਣੀ ਜਾਊਗੀ, people will take her more seriously. That is also because you have contributed to her growth. Then be proud of it. ਬਿਲਕੁਲ। ਤੇ ਬਿਲਕੁਲ ਡਾਕਟਰ ਭੱਲਾ, ਮੈਂ ਤੁਹਾਨੂੰ ਵੀ ਇਹੀ ਪੁੱਛਣਾ ਚਾਹੁੰਦੀ ਹਾਂ ਕਿ ਜਿਸ ਤਰੀਕੇ ਦੇ ਨਾਲ ਬੋਡੀ ਸ਼ੈਮਿੰਗ ਹੁੰਦੀ ਹੈ, ਕਲਰ ਸ਼ੈਮਿੰਗ ਹੁੰਦੀ ਹੈ, ਮਹਿਲਾਵਾਂ ਬੜੀਆਂ ਇਸ ਪ੍ਰੈਸ਼ਰ 'ਚ ਰਹਿੰਦੀਆਂ ਨੇ ਕਿ ਇੱਕ ਫਿਜ਼ੀਕ ਹੋਣੀ ਚਾਹੀਦੀ ਹੈਗੀ ਉਹਨਾਂ ਦੀ, ਔਰ ਹੁਣੇ ਫਿਲਹਾਲ ਜਿਹੜਾ ਹੈਗਾ ਇਸ ਦਾ ਫਰਟੀਲਿਟੀ ਦੇ ਉੱਤੇ ਕਿੰਨਾ ਜ਼ਿਆਦਾ ਅਸਰ ਪੈਂਦਾ ਹੈਗਾ, ਔਰ ਦੂਸਰਾ ਕਿਸ ਤਰੀਕੇ ਦੇ ਨਾਲ ਜਿਹੜਾ ਹੈਗਾ, ਕਿਉਂਕਿ ਵੂਮਨ ਦੀ ਜਿਹੜੀ ਜ਼ਿਆਦਾਤਰ ਲਾਈਫ ਹੈਗੀ ਆ ਹਾਰਮੋਨਸ ਦੇ ਨਾਲ ਹੀ ਡਿਕਟੇਟ ਹੁੰਦੀ ਹੈ। ਸਭ ਤੋਂ ਪਹਿਲਾਂ ਆਫ ਕੋਰਸ ਜਿਹੜਾ ਹੈਗਾ ਤੁਹਾਡੇ ਮੈਂਸਟਰੂਏਸ਼ਨ ਸ਼ੁਰੂ ਹੁੰਦੀ ਹੈ, ਫਿਰ ਮੇਨੋਪੌਜ਼ ਤੱਕ ਆਪਾਂ ਪਹੁੰਚਦੇ ਹੈਗੇ ਆ। ਸੋ ਇਹਦਾ ਪੂਰਾ ਫਰਟੀਲਿਟੀ ਦੇ ਉੱਤੇ ਕਿੰਨਾ ਅਸਰ ਪੈਂਦਾ ਹੈਗਾ, ਔਰ ਇੱਕ ਮਹਿਲਾ ਦਾ ਜਿਹੜਾ ਜੋ ਮੈਂਟਲ ਹੈਲਥ ਹੈਗੀ ਹੈ ਉਹਦੇ ਤੇ ਕਿੰਨਾ ਜ਼ਿਆਦਾ ਅਸਰ ਪੈਂਦਾ? ਬੋਡੀ
ਤੇ ਮੈਂਟਲ ਹੈਲਥ ਐਵਰੀਥਿੰਗ ਇਜ਼ ਕਨੈਕਟਡ। ਕਿਉਂਕਿ ਜਦੋਂ ਤੁਸੀਂ ਕੋਈ ਵੀ ਕੰਮ ਸ਼ੁਰੂ ਕਰਦੇ ਹੋ ਜਾਂ ਕੋਈ ਵੀ ਕਰਨਾ ਸ਼ੁਰੂ ਕਰਦੇ ਹੋ ਤੇ ਸਟ੍ਰੈਸ ਵੱਧਦਾ ਜਾਂਦਾ ਹੈ। ਸੋ ਅੱਜ ਕੱਲ ਸਾਰੀ ਪ੍ਰੋਬਲਮਸ ਦੀ ਜੜ ਹੀ ਸਟ੍ਰੈਸ ਹੈ, ਰਾਈਟ? ਸੋ ਤੁਸੀਂ ਜਦੋਂ ਤੁਸੀਂ ਆਪਣੇ ਆਪ ਨੂੰ ਸਟ੍ਰੈਚ ਕਰੀ ਜਾਓਗੇ, ਤੁਸੀਂ ਆਪਣੇ ਪਰਸਨੈਲਿਟੀ ਨੂੰ ਵਧਾਉਣ ਦੀ ਕੋਸ਼ਿਸ਼ ਕਰਦੇ ਹੋ, ਸੋ ਯੂ ਕੰਪਰੋਮਾਈਜ਼ ਸਮਵੇਅਰ, ਰਾਈਟ? ਤੁਸੀਂ ਠੀਕ ਨਹੀਂ ਖਾਓਗੇ, ਤੁਸੀਂ ਟਾਈਮ ਸਿਰ ਜਿਹੜਾ ਤੁਸੀਂ ਬਿੰਜ ਈਟਿੰਗ ਬੰਦ ਕਰੋਗੇ ਜਾਂ ਤੁਸੀਂ ਵਾਟਐਵਰ ਪਾਣੀ ਛੱਡ ਦੋਗੇ। ਕਿਉਂਕਿ ਪ੍ਰੋਫੈਸ਼ਨ 'ਚ ਮੈਂ ਆਪਣੀ ਗੱਲ ਕਰਦੀ ਹਾਂ ਕਿ ਮੈਂ ਪਾਣੀ ਦੇ ਕਿੰਨੇ ਗਲਾਸ ਪੀ ਸਕਦੀ ਹਾਂ ਸਾਰੇ ਦਿਨ 'ਚ? ਮੈਂ ਮੈਕਸ ਟੂ ਮੈਕਸ 2। ਇਟ ਇਜ਼ ਈਜ਼ੀਅਰ ਫॉर ਮੀ ਟੂ ਸੇ ਜੀ ਦਿਨ 'ਚ ਤੁਸੀਂ 10 ਗਲਾਸ ਪੀਓ, ਪਰ ਜਦੋਂ ਮੇਰੀ ਆਪਣੀ ਗੱਲ ਆਉਂਦੀ ਹੈ ਦੈਨ ਆਈ ਐਮ ਓਨਲੀ ਡਰਿੰਕਿੰਗ 2 glasses or maybe 5 glasses in a day when you add the entire day, right? So whenever you are trying to balance your body and you're trying to balance your profession sorry, you're trying to balance your family, you are compromising your own self. And ਜਦੋਂ ਤੁਸੀਂ ਆਪਣਾ health compromise ਕਰਨ ਲੱਗ ਜਾਂਦੇ ਹੋ, you are building ਬਿਮਾਰੀਆਂ। you ਤਾਂ start ਕਰਕੇ ਹੁਣ ਫਰਟੀਲਿਟੀ ਇਸ਼ੂਜ਼ ਨੇ, IVF and so many things because when the best age to produce a child is 24 years. okay, That is the age when you will have least number of complications. ਪਰ ਉਦੋਂ ਤੱਕ 24 ਸਾਲ ਤੱਕ ਤੁਸੀਂ ਵਿਆਹ ਹੀ ਨਹੀਂ ਹੁੰਦੇ ਹੈਗੇ। ਹੁਣ ਵਿਆਹ ਹੀ ਨਹੀਂ ਹੁੰਦੇ, ਹੁਣ ਵਿਆਹ ਹੀ ਨਹੀਂ ਤੁਸੀਂ ਕਰਦੇ ਤੇ ਫਿਰ ਉਸ ਤੋਂ ਬਾਅਦ ਤੁਸੀਂ ਜਦੋਂ 30 ਸਾਲ ਤੋਂ ਬਾਅਦ ਉਹ ਕਹਿੰਦੇ ਫਰਟੀਲਿਟੀ ਇਜ਼ ਡਿਕਰੀਜ਼ਿੰਗ। 30 ਤੋਂ ਬਾਅਦ ਤੁਸੀਂ ਜਦੋਂ ਮੇਰੇ ਕੋਲ ਆ ਕੇ ਬਹਿ ਜਾਂਦੀਆਂ ਕੁੜੀਆਂ ਸੇਇੰਗ ਕਿ ਅਰੇ ਮੈਮ we have been married or we've been together for last 8 years, ਪਰ ਹੁਣ ਅਸੀਂ ਪਲਾਨ ਕਰਨਾ ਹੈ। ਯਾ then I look at them and ਮੈਂ ਸੋਚਦੀ ਹਾਂ ਕਿ ਯਾਰ ਹੁਣ ਮੈਂ ਤੇ ਤੁਹਾਡਾ ਕੀ ਕਰਾਂ, ਰਾਈਟ? ਬਿਕੋਜ਼ eggs will start going haywire 30 ਸਾਲ ਤੋਂ ਬਾਅਦ, 35 ਤੋਂ ਬਾਅਦ fertility is very less. So 30 ਤੋਂ 35 years is what you have. ਉਹਦੇ 'ਚ ਤੁਸੀਂ ਕਦੀ ਕਿਸੇ ਨੇ 2 ਬੱਚੇ ਪੈਦਾ ਕਰਨੇ। ਐਂਡ ਹਾਰਮੋਨਸ ਦਾ ਬਿਲਕੁਲ ਸਾਰਾ ਦਾ ਸਾਰਾ ਰੋਲ ਸਟ੍ਰੈਸ ਤੇ। ਜਦੋਂ ਤੁਸੀਂ ਸੋਸਾਇਟੀ 'ਚ ਕੀ ਚੇਂਜ ਆ ਗਿਆ, ਤੁਸੀਂ ਚਾਹੁੰਦੇ ਹੋ ਮੈਂ ਹੁਣ ਇਹ ਪਲਾਨ ਕਰਨਾ ਹੈ, ਇਟ ਹੈਜ਼ ਟੂ ਹੈਪਨ ਦ ਵੇ ਆਈ ਵਾਂਟ, ਰਾਈਟ? I start with this and therefore it has to come. ਮੈਮ ਅਸੀਂ ਨਾ ਜਨਵਰੀ 'ਚ ਪਲਾਨਿੰਗ ਸ਼ੁਰੂ ਕਰਾਂਗੇ ਤਾਂ ਕਿ ਦਸੰਬਰ 'ਚ ਬੱਚਾ ਹੋ ਜਾਏ। Is it that simple? It is not that simple. ਪਰ ਫਿਰ ਉਹੀ ਵੇ ਆਊਟ ਕੀ ਹੈਗਾ? ਕਿਉਂਕਿ ਮੈਂ ਜਿਸ ਤਰੀਕੇ ਦੇ ਨਾਲ ਬੋਲਿਆ ਕਿ ਬਾਇਓਲੋਜੀਕਲ ਕਲੌਕ ਔਰ ਕਰੀਅਰ ਕਲੌਕ ਮਹਿਲਾਵਾਂ ਦੀ ਬਹੁਤ ਜ਼ਿਆਦਾ ਕੰਟਰਾਡਿਕਟਰੀ ਹੈਗੀ ਹੈ। ਮਹਿਲਾ ਜਿਹੜੀ ਹੈ ਫਾਈਨੈਂਸ਼ੀਅਲੀ ਇੰਡੀਪੈਂਡੈਂਟ ਹੋਣਾ ਚਾਹੁੰਦੀ ਹੈ, ਕਰੀਅਰ ਓਰੀਐਂਟਡ ਹੈ, ਲੇਕਿਨ ਤੁਸੀਂ ਕਹਿ ਰਹੇ ਹੋ ਕਿ ਆਫ ਕੋਰਸ ਦ ਬੈਸਟ ਏਜ ਟੂ ਗੈਟ ਪ੍ਰੈਗਨੈਂਟ ਇਜ਼ ਆਫ ਕੋਰਸ 25 ਇਅਰਸ। ਸੋ ਉਸ ਨੂੰ ਕਿਸ ਤਰੀਕੇ ਦੇ ਨਾਲ ਬੈਲੈਂਸ ਕੀਤਾ ਜਾਵੇ ਤਾਂ ਹੀ ਸਟ੍ਰੈਸ ਵੱਧਦਾ, ਤਾਂ ਹੀ ਇੰਨੀ ਜ਼ਿਆਦਾ ਸਮੱਸਿਆਵਾਂ ਜਿਹੜੀਆਂ ਨੇ ਉਹ ਆ ਰਹੀਆਂ ਨੇ। ਦੇਖੋ it is easy to say ਕਿ balance ਕਰ ਲਓ, but if you look at what when we started this discussion ਅਸੀਂ ਇਹੀ ਸੋਚਦੇ ਸੀ ਕਿ ਔਰਤਾਂ ਨੂੰ ਔਰਤ ਕਿਉਂ ਨਹੀਂ ਬਣਾ ਕੇ ਰੱਖਣਾ, right? Important aspect of your life is to produce a child, right? If you don't want to be a mother, then you take a call. Beginning 'ਚ ਤੁਸੀਂ ਸਮਝ ਲਓ ਕਿ ਤੁਸੀਂ ਵਿਆਹ ਨਹੀਂ ਕਰਨਾ, ਤੁਸੀਂ ਬੱਚਾ ਨਹੀਂ ਪੈਦਾ ਕਰਨਾ, then it's very clear. Then you look at your profession, then don't think about, I'm not saying ਕਿ ਤੁਸੀਂ ਆਪਣੇ ਆਪ ਨੂੰ ਤਿਆਰ ਨਾ ਕਰੋ, ਫੀਮੇਲ ਨਾ ਸੋਚੋ, but that motherhood ਦਾ ਪੈਰਾਮੀਟਰ ਨੂੰ ਆਪਣੇ ਨਜ਼ਰੀਏ ਤੋਂ ਬਾਹਰ ਰੱਖੋ। ਤੁਸੀਂ ਉਦੋਂ you can look after your health. ਠੀਕ ਹੈ, what is the problem? You balance your life and that is how you can go. But ਜੇ ਤੁਸੀਂ ਆਪਣੇ ਬੱਚੇ ਨੂੰ maximal care ਦੇਣਾ ਚਾਹੁੰਦੇ ਹੋ, then there is a right age to produce a child when you will have least amount of complications for yourself and for the child. ਠੀਕ ਹੈ। ਤਾਂ ਇਹ ਮਹਿਲਾਵਾਂ ਨੂੰ ਹੁਣ ਆਫ ਕੋਰਸ ਦੇਖਣਾ ਹੈਗਾ ਕਿ ਇਸ ਨੂੰ ਬੈਲੈਂਸ ਕਿੱਦਾਂ ਕਰਦਾ ਹੈ। ਜਸਮੀਤ, ਬਹੁਤ ਘੱਟ ਟਾਈਮ ਬਚਾ ਹੈਗਾ, ਤੁਹਾਡੇ ਤੋਂ ਪੁੱਛਣਾ ਚਾਹੁੰਦੀ ਹਾਂ ਕਿ ਹਮੇਸ਼ਾ ਗੱਲ ਹੁੰਦੀ ਹੈ ਕਿ ਬ੍ਰਦਰਹੁੱਡ ਹਮੇਸ਼ਾ ਹੁੰਦਾ ਹੈਗਾ, ਲੇਕਿਨ ਸਿਸਟਰਹੁੱਡ ਜਿਹੜੀ ਹੈ ਉਹ ਨਹੀਂ ਹੁੰਦੀ। ਮਹਿਲਾਵਾਂ ਦੀ ਦੁਸ਼ਮਣ ਹੁੰਦੀਆਂ ਨੇ। ਤੁਹਾਨੂੰ ਲੱਗਦਾ ਟਾਈਮ ਆ ਗਿਆ ਇਹਨੂੰ ਬਦਲਣ ਦਾ? ਕਿਉਂਕਿ ਬਹੁਤ ਸਾਰੇ ਇਨਸੀਡੈਂਟਸ ਆਪਾਂ ਸੁਣਦੇ ਹਾਂ ਕਿ ਮਹਿਲਾਵਾਂ ਜਿਹੜੀਆਂ ਨੇ ਉਹ ਅੱਗੇ ਨਹੀਂ ਜਾਣ ਦਿੰਦੀਆਂ ਮਹਿਲਾਵਾਂ ਨੂੰ, ਲੇਕਿਨ ਜਦੋਂ ਬ੍ਰਦਰਹੁੱਡ ਜਾਂ ਭਾਈਵਾਦ ਦੀ ਗੱਲ ਕਰਦੇ ਆ ਤੇ ਇਸ 'ਚ ਇੱਦਾਂ ਨਹੀਂ ਹੁੰਦਾ ਹੈਗਾ। आई थिंक मैं एक पॉइंट पर जरूर टच करना चाहूँगी बिकॉज मैम ने बहुत चंगी गल की। साडा सारा स्ट्रैस ही जिहड़ा है ना, ਇਹ ਸਾਰੇ सिस्टरहुड, ब्रदरहुड, लैक ऑफ कॉन्फिडेंस, जेलसी, ਇਹ सब कित्थों आंदा है? डिससैटिस्फाइड सोल तो, यू नो। एंड डिससैटिस्फैक्शन कित्थों आ रही है when we don't know साडी मेक की है। Now I am a female, why should I not take care of my feminine side, you know? मैं कमाई करनी है तो कमाई करन लई क्या मैनू कॉर्पोरेट लाइफ ही जाना ज़रूरी है?
ਜਾਂ ਮੈਂ corporate life ਜਾਂਦੀ ਹਾਂ ਤਾਂ I have to lose everything out of myself. So you mean to say be used? Be used. ਮਹਿਲਾਵਾਂ ਤੇ ਮਹਿਲਾ ਰੋ ਉਸ ਦੇ ਨੇਹਾ, ਵਿੱਚ ਮੈਂ ਹੀ- ਤੁਹਾਨੂੰ ਦੱਸ ਰਹੀ ਹਾਂ ਕਿ ਇੰਨੇ ਸਾਰੇ clients ਆਉਂਦੇ ਸਾਡੇ ਕੋਲ, PCOD, PCOS, all of these are imbalanced problems. कंसीव नहीं कर पा रहे, कपल में स्ट्रेस इतना है, बच्चा कर लोगे स्ट्रेस खत्म हो जाएगा. what world are we living in? ਉਹਦੇ ਤੇ stress ਜਾਏਗਾ। ਉਹਦੇ ਉੱਤੇ ਹੋਰ स्ट्रेस पा रहे हैं. So basically ये sisterhood brotherhood, एक जो दर्द में औरत वो दूसरे को सुख क्या देगी, ना वो अपने हस्बैंड को देगी, ना अपनी बहन को देगी, ना किसी. So sisterhood brotherhood, I think I have seen women as goddesses. They can grow each other, they can really pull each other to a different dimension. But the idea here again comes is, when will we start talking as we and not girl and a boy? ਠੀਕ ਹੈ। ਸੋ ਸਾਨੂੰ ਬਿਲਕੁਲ ਵੀ ਲੈ ਕੇ ਚੱਲਣਾ ਹੈਗਾ ਹੈ ਔਰ ਬਿਲਕੁਲ ਇਸ ਤਰੀਕੇ ਨਾਲ ਜੀਣਾ ਹੈ ਕਿ ਬੀ ਯੂ ਮਹਿਲਾਵਾਂ ਜਿਹੜੀਆਂ ਨੇ ਆਪਣੇ ਆਪ ਨੂੰ ਸਮਝਣ ਔਰ ਪ੍ਰਾਈਡ ਲੈਣ ਕਿ ਆਪਾਂ ਮਹਿਲਾਵਾਂ, ਆਪਾਂ ਮੇਲ ਨਹੀਂ ਬਣਨਾ ਹੈਗਾ, ਆਪਾਂ ਪੁੱਤਰ ਨਹੀਂ ਬਣਨਾ ਹੈਗਾ, ਆਪਾਂ ਪੁੱਤਰੀਆਂ ਬਣ ਕੇ ਬਹੁਤ ਖੁਸ਼ ਹੈਗੇ ਆ। ਸਰਬਜੀਤ ਜੀ, ਤੁਹਾਡੇ ਕੋਲ ਮੈਂ ਆਖਰੀ ਜਿਹੜੇ ਹੈਗੇ ਨੇ ਸਵਾਲ ਪੁੱਛਣਾ ਚਾਹੁੰਦੀ ਹਾਂ। ਮੈਂਸਟਰੂਏਸ਼ਨ ਜਿਹੜੀ ਹੈਗੀ ਹੈ ਬਹੁਤ ਵੱਡੀ ਸਮੱਸਿਆ ਹੈ, ਉਸਦੇ ਉੱਤੇ ਜ਼ਿਆਦਾ ਗੱਲ ਨਹੀਂ ਹੁੰਦੀ, ਸਕੂਲ ਡ੍ਰੌਪ ਆਊਟਸ ਜ਼ਿਆਦਾ ਇੰਨੇ ਜ਼ਿਆਦਾ ਹੁੰਦੇ ਨੇ ਔਰ ਇੱਕ ਬਹੁਤ ਹੀ ਜ਼ਿਆਦਾ ਡਿਸਕ੍ਰਿਮੀਨੇਸ਼ਨ ਵੀ ਹੁੰਦੀ ਹੈਗੀ ਹੈ ਕਿ ਜਦੋਂ ਮੈਂਸਟਰੂਏਸ਼ਨ ਸ਼ੁਰੂ ਹੁੰਦੀ ਹੈ ਤਾਂ ਮਹਿਲਾਵਾਂ ਨੂੰ ਬਹੁਤ ਜ਼ਿਆਦਾ ਜਿਹੜਾ ਹੈਗਾ ਸਾਹਮਣਾ ਕਰਨਾ ਪੈਂਦਾ ਕਿ ਇੱਕ ਕਮਰੇ ਦੇ ਵਿੱਚ ਹੀ ਬਹਿਣਾ ਪੈਂਦਾ ਹੈਗਾ ਜਾਂ ਉਹ ਆਪਣਾ ਕੰਮ ਛੱਡ ਦੇਣਗੀਆਂ, ਸਕੂਲ ਡ੍ਰੌਪ ਆਊਟ ਹੋ ਜਾਏਗਾ। ਤੁਹਾਨੂੰ ਲੱਗਦਾ ਹੈ ਕਿ ਹੁਣ ਸਮਾਂ ਆ ਗਿਆ ਕਿ ਇਸ ਨੂੰ ਤੇ ਆਪਾਂ ਦੂਰ ਕਰ ਦਈਏ, ਆਪਣਾ ਟੈਬੂ ਜਿਹੜੇ ਹੈਗੇ ਨੇ ਦਿਮਾਗ ਦੇ ਵਿੱਚ ਉਸ ਨੂੰ ਦੂਰ ਕਰ ਦਈਏ ਐਟਲੀਸਟ? ਦੇਖੋ, ਹਜੇ ਤੱਕ ਇੰਨੀ ਵੱਡੀ ਸਾਡੇ ਸੁਸਾਇਟੀ ਦੇ ਵਿੱਚ ਹਜੇ ਵੀ ਕਈ ਐਸੇ ਕਾਰਨਰਸ ਹੈਗੇ ਆ ਜਿਨ੍ਹਾਂ ਦੇ ਵਿੱਚ ਤੁਸੀਂ ਇਹ ਚੀਜ਼ ਦੇਖੋਗੇ ਕਿ ਕੁੜੀਆਂ ਨੂੰ ਵੱਖਰਾ ਕਮਰਿਆਂ 'ਚ ਬੰਦ ਕਰਨਾ, ਕੁੜੀਆਂ ਨੂੰ ਚੁੱਲ੍ਹੇ ਤੇ ਨਹੀਂ ਜਾਣ ਦੇਣਾ, ਕੰਮ ਨਹੀਂ ਕਰਨ ਦੇਣਾ, ਜਾਂ ਕਿਸੇ ਨੂੰ ਇਹ ਕਹਿਣਾ ਕਿ ਤੁਸੀਂ ਜੀ ਠੀਕ ਹੈ ਜੀ ਤੁਸੀਂ ਅੱਜ ਇੱਥੋਂ ਲੰਘਣਾ ਹੀ ਨਹੀਂ ਹੈਗਾ, ਪਲਾਂਟਸ ਦੇ ਕੋਲੋਂ ਵੀ ਨਹੀਂ ਲੰਘਣਾ ਹੈ, ਅਚਾਰ ਨਹੀਂ ਬਣਾਉਣਾ, ਪਲਾਂਟਸ ਨੂੰ ਅਚਾਰ ਨੂੰ ਹੱਥ ਨਹੀਂ ਲਾਣਾ, ਪਿਕਸ ਨੂੰ। ਦੇਖੋ ਜਿਹੜੇ ਜੇ ਅਸੀਂ ਇਹ ਚੀਜ਼ਾਂ ਆਪਣੇ ਬੱਚਿਆਂ ਨੂੰ ਕਰਾਂਗੇ, ਬੱਚੇ ਸਾਡੇ ਡਿਵੈਲਪ ਕਿੱਦਾਂ ਹੋਣਗੇ, ਅਸੀਂ ਕਿੱਦਾਂ ਉਹਨਾਂ ਨੂੰ ਲੈ ਕੇ ਜਾਵਾਂਗੇ ਮੋਰੇ, ਕੁੜੀਆਂ ਕੰਮ ਕਿੱਦਾਂ ਕਰੂੰਗੀਆਂ। ਔਰ ਇੱਕ ਕੰਟਰਡਿਕਸ਼ਨ ਤੇ ਆ ਰਹੀ ਹੈ ਕਿਉਂਕਿ ਹੁਣ ਕੁੜੀਆਂ ਪੜ ਰਹੀਆਂ ਨੇ ਤੇ ਉਹਨਾਂ ਨੂੰ ਲੱਗਦਾ ਕਿ ਮੈਂ ਚੀਜ਼ ਨਹੀਂ ਸੁਣਨੀ ਹੈਗੀ ਔਰ ਫਿਰ ਇੱਕ ਪ੍ਰੈਸ਼ਰ ਆਉਂਦਾ ਫੈਮਿਲੀ ਤੋਂ ਕਿ ਭਾਈ ਤੂੰ ਜ਼ਿਆਦਾ ਪੜ ਲਿਖ ਗਈ ਹੈ, ਜਿਹੜੀਆਂ ਸਾਡੀਆਂ ਚੀਜ਼ਾਂ ਉਹ ਤੇ ਆਪਾਂ ਕਰਾਂਗੇ ਹੀ ਕਰਾਂਗੇ ਨਾ। ਦੇਖੋ, ਉਹ ਬੱਚਿਆਂ ਨੂੰ ਬਾਰ-ਬਾਰ ਕਿਹਾ ਜਾਂਦਾ ਹੈ ਕਿ ਤੁਸੀਂ ਜ਼ਿਆਦਾ ਪੜ ਲਿਖ ਕੇ ਸਾਨੂੰ ਨਾ ਸਮਝਾਓ। We have already gone through this. You don't know what are the consequences of the same. ਇਸ ਤਰੀਕੇ ਨਾਲ ਬੱਚਿਆਂ ਨੂੰ ਦਬਕਾਇਆ ਜਾਂਦਾ। ਪਰ ਦੇਖਿਆ ਜਾਵੇ ਤਾਂ ਬੱਚੇ ਇੱਕ ਪਾਸੇ ਅਸੀਂ ਨਿਊਕਲੀਅਰ ਫੈਮਲੀਆਂ ਵੱਲ ਚੱਲ ਪਏ ਆ, ਇੱਕ ਪਾਸੇ ਸਾਡੇ ਬੱਚੇ ਇਕੱਲੇ ਪੜ੍ਹਨ ਵਾਸਤੇ ਅਬਰੋਡ ਵੀ ਜਾ ਰਹੇ ਨੇ, ਅਸੀਂ ਆਪਣੇ ਬੱਚਿਆਂ ਨੂੰ ਇੰਡੀਵਿਜੂਅਲੀ ਸੈਟਲ ਕਰ ਰਹੇ ਹਾਂ। ਦੇ ਆਰ ਸਟੇਇੰਗ ਇਨ ਦਾ PG ਸਿਸਟਮ, ਦੇ ਆਰ ਗੋਇੰਗ ਅਬਰੋਡ ਫॉर द ਸਟੱਡੀਜ਼, ਦੇ ਆਰ ਸਟੇਇੰਗ ਇਨ ਦ ਡਿਫਰੈਂਟ ਵਰਲਡ, ਦੇ ਆਰ ਇਵਨ ਡੂਇੰਗ ਜੌਬਸ ਐਂਡ ਸਟੇਇੰਗ ਅਲੋਨ ਇਨ ਦ ਸਿਟੀਜ਼। what will they do? where will they go? ਉੱਥੇ ਜ਼ਰੂਰੀ ਥੋੜਾ ਨਾ, ਇੰਨਾ ਤਾਂ ਨਹੀਂ ਕਿਸੇ ਕੋਲ ਰਿਸੋਰਸਿਸ ਹੈਗਾ ਕਿ ਮੈਂ ਬਾਹਰੋਂ ਹੀ ਖਾਂਦਾ ਰਵਾਂ ਜਾਂ ਮੈਨੂੰ ਕੋਈ ਆ ਕੇ ਪੈਂਪਰ ਕਰਦਾ ਰਵੇ। ਔਰ ਹੁਣੇ ਜੇ ਅਸੀਂ ਉਸ ਚੀਜ਼ ਦੇ ਉਸ ਪੀਰੀਅਡ ਦੇ ਵਿੱਚ ਉਹਨਾਂ ਨੂੰ ਸਟਰੈਂਥ ਹੀ ਨਹੀਂ ਦੇਵਾਂਗੇ, ਉਹਨਾਂ ਨੂੰ ਦੱਸਾਂਗੇ ਨਹੀਂ ਕਿ ਤੁਸੀਂ ਕਰ ਸਕਦੇ ਹੋ, ਇਹ ਤਾਂ ਨੈਚੁਰਲ ਪ੍ਰੋਸੈਸ ਹੈ, ਤੁਸੀਂ ਆਪਣਾ ਕੈਰੀ ਔਨ ਕਰੋ, ਇਹ ਤਾਂ ਕੋਈ ਚੱਕਰ ਨਹੀਂ ਹੈ, ਤਾਂ ਨੇਚਰ ਹੈ, ਕੁਦਰਤ ਹੈ। ਜਿੱਦਾਂ ਸਾਨੂੰ ਪਤਾ ਨਹੀਂ ਅਸੀਂ ਬਚਪਨ ਤੋਂ ਕਦੋਂ ਐਡੋਲੈਸੈਂਟ 'ਚ ਆ ਗਏ ਤਾਂ ਕਦੋਂ ਅਸੀਂ ਮੈਚਿਓਰ ਹੋ ਗਏ ਤੇ ਕਦੋਂ ਅਸੀਂ ਬੁੜੇ ਹੋ ਗਏ। ਇਹ ਨੈਚੁਰਲ ਰਿਸੋਰਸ ਥਿੰਗਸ ਆਰ ਹੈਪਨਿੰਗ ਇਨਸਾਈਡ ਯੂਰ ਬੋਡੀ। ਬਿਲਕੁਲ, ਜੇ ਤੁਸੀਂ ਇਸ ਤਰੀਕੇ ਦੀ ਸਮਝ ਬੱਚਿਆਂ ਨੂੰ ਸਭ ਸਮਝ ਹੈ, ਪਰ ਉਹਨਾਂ ਨੂੰ ਦਿਓ ਉਹਨਾਂ ਨੂੰ ਲਿਫਟ ਕਿ ਹਾਂ ਠੀਕ ਹੈ ਬਈ ਤੁਸੀਂ ਆਪਣੀ ਜ਼ਿੰਦਗੀ ਆਪੇ ਜੀਣੀ ਹੈ, ਬੇਟਾ ਬਿਮਾਰ ਵੀ ਹੋਏ ਤਾਂ ਆਪੇ ਰੋਟੀ ਪਕਾ ਕੇ ਖਾਣੀ ਪੈਣੀ ਹੈ, ਤੁਹਾਨੂੰ ਕਿਸੇ ਨੇ ਚਾਹ ਨਹੀਂ ਪੁੱਛਣੀ। ਤਾਂ ਹੀ ਮੈਂ ਬੋਲਿਆ ਸੀ ਕਿ ਹੁਣ ਬੇਟੀ ਬਚਾਓ ਬੇਟੀ ਪੜਾਓ ਦੀ ਜਗ੍ਹਾ ਬੇਟਾ ਸਮਝਾਓ ਜਿਹੜਾ ਹੈਗਾ ਉਹ ਵੀ ਮੁਹਿੰਮ ਸ਼ੁਰੂ ਹੋਣੀ ਚਾਹੀਦੀ ਹੈ ਔਰ ਆਪਣੇ ਘਰਾਂ ਦੇ ਵਿੱਚ ਸ਼ੁਰੂ ਹੋਵੇਗੀ, ਕਿਉਂਕਿ ਹੁਣ ਸ਼ੁਰੂ ਕਰਾਂਗੇ ਤੇ ਆਈ ਥਿੰਕ ਅਗਲੀ ਜਨਰੇਸ਼ਨ ਤੱਕ ਪਹੁੰਚਾਂਗੇ। ਸੋ ਬਹੁਤ ਬਹੁਤ ਧੰਨਵਾਦ ਸਾਰੇ ਪੈਨਲਿਸਟ ਜੋ, ਔਰ ਹਾਲਾਂਕਿ ਮੁੱਦੇ ਬਹੁਤ ਹੋਰ ਵੀ ਹੈਗੇ ਨੇ ਕਿਉਂਕਿ ਸਿਰਫ ਇੱਕ ਦਿਨ ਡਿਸਕਸ਼ਨ ਕਰਕੇ ਇਸ ਨੂੰ ਖਤਮ ਨਹੀਂ ਕੀਤਾ ਜਾ ਸਕਦਾ ਹੈਗਾ, ਸਿਰਫ ਇੱਕ ਦਿਨ ਮਨਾ ਕੇ ਮਹਿਲਾਵਾਂ ਦਾ ਜਿਹੜਾ ਹੈਗਾ ਹੈ ਮੁੱਦੇ ਜਿਹੜੇ ਨੇ ਉਹ ਖਤਮ ਨਹੀਂ ਹੋ ਸਕਦੇ ਹੈਗੇ। ਲੇਕਿਨ ਜਿਸ ਤਰੀਕੇ ਦੇ ਨਾਲ ਮੈਂ ਸ਼ੁਰੂਆਤ ਕੀਤੀ ਸੀ ਕਿ ਸੋ ਕਿਉਂ ਮੰਦਾ ਆਖੀਏ ਜਿੱਤ ਜੰਮੇ ਰਾਜਾਨ, ਸੋ ਇਹੀ ਦੇਖਣਾ ਹੈਗਾ ਸਾਨੂੰ ਆਪਣੇ ਘਰਾਂ ਦੇ ਵਿੱਚ ਵੀ ਕਿ ਕਿਸ ਤਰੀਕੇ ਦੇ ਨਾਲ ਆਪਾਂ ਆਪਣੀਆਂ ਘਰ ਦੀਆਂ ਮਹਿਲਾਵਾਂ ਨੂੰ ਰੱਖਣਾ ਹੈਗਾ ਔਰ ਇੱਕ ਈਕੋਸਿਸਟਮ ਬਣਾਉਣਾ ਹੈਗਾ ਕਿ ਦੋਨੋਂ ਧਿਰ ਜਿਹੜੇ ਨੇ, ਚਾਹੇ ਉਹ ਮਹਿਲਾ ਹੋਏ ਚਾਹੇ ਪੁਰਸ਼ ਹੋਏ, ਉਹ ਇਕੱਠੇ ਚੱਲ ਸਕਣ, ਕਿਉਂਕਿ ਜੇਕਰ ਮਹਿਲਾਵਾਂ ਖੁਸ਼ ਰਹਿਣਗੀਆਂ ਆਪਣੇ ਘਰਾਂ ਦੇ ਵਿੱਚ ਤਾਂ ਸਮਾਜ ਖੁਸ਼ ਹੋਵੇਗਾ, ਘਰ ਖੁਸ਼ ਹੋਣਗੇ, ਦੇਸ਼ ਖੁਸ਼ ਹੋਵੇਗਾ ਤੇ ਪੂਰੀ ਦੁਨੀਆ ਵੈਸੇ ਹੀ ਖੁਸ਼ ਹੋ ਜਾਵੇਗੀ। ਬਹੁਤ ਬਹੁਤ ਧੰਨਵਾਦ।